Hello students, this is Dr. Amit Juneja, lecturer economics, Shahid Balwinder Singh Government Senior Secondary Smart School, Sabuana, District Fazilka। ਤਾਂ ਮੈਂ ਤੁਹਾਡੇ ਸਾਰਿਆਂ ਦਾ ਸਵਾਗਤ ਕਰਦਾ ਅੱਜ ਦੇ ਇਸ ਲੈਕਚਰ ਦੇ ਵਿੱਚ। ਤਾਂ ਅੱਜ ਆਪਾਂ ਆਪਣੀ ਪੂਰਤੀ ਦੀ ਕੀਮਤ ਲੋਚ ਦਾ ਜੋ ਕਨਸੈਪਟ ਆਪਾਂ ਆਪਣੇ ਪਿਛਲੇ ਲੈਕਚਰ ਦੇ ਵਿੱਚ ਕੀਤਾ ਸੀ ਉਹਨੂੰ ਹੀ ਆਪਾਂ ਥੋੜਾ ਜਿਹਾ ਹੋਰ ਅੱਗੇ ਲੈ ਕੇ ਜਾਵਾਂਗੇ, ਕਿਉਂਕਿ ਆਪਾਂ ਜਦੋਂ ਮੰਗ ਦੀ ਕੀਮਤ ਲੋਚ ਦਾ ਕਨਸੈਪਟ ਕੀਤਾ ਸੀ ਉਹਦੇ ਵਿੱਚ ਆਪਾਂ ਮੰਗ ਦੀ ਕੀਮਤ ਲੋਚ ਨੂੰ ਅੱਗੇ ਆਪਾਂ ਲੈ ਕੇ ਗਏ ਸੀ, ਤਾਂ ਉਵੇਂ ਹੀ ਇਸ ਚੀਜ਼ ਨੂੰ ਵੀ ਆਪਾਂ ਥੋੜਾ ਜਿਹਾ ਅੱਗੇ ਜਿਹੜਾ ਹੋਰ ਲੈ ਕੇ ਜਾਵਾਂਗੇ। ਮਤਲਬ ਆਪਾਂ ਇਸ ਕਨਸੈਪਟ ਨੂੰ ਥੋੜਾ ਜਿਹਾ ਐਲੈਬੋਰੇਟ ਜਿਹੜਾ ਉਹ ਹੋਰ ਕਰਾਂਗੇ। ਤਾਂ ਆਪਾਂ ਪੂਰਤੀ ਦੀ ਕੀਮਤ ਲੋਚ ਜਿਹੜੀ ਹੈ ਉਹਦਾ ਆਪਾਂ ਸਬੰਧ ਅੱਜ ਸਥਾਪਿਤ ਕਰਾਂਗੇ ਸਮਾਂ ਤੱਤ ਦੇ ਨਾਲ। ਤਾਂ ਪਹਿਲਾਂ ਆਪਾਂ ਇਹ ਸਮਾਂ ਤੱਤ ਹੁੰਦਾ ਕੀ ਚੀਜ਼ ਹੈ ਇਹਦੀ ਆਪਾਂ ਗੱਲ ਕਰਦੇ ਹਾਂ, ਫਿਰ ਆਪਾਂ ਇਹ ਦੇਖਾਂਗੇ ਕਿ ਜੋ ਪੂਰਤੀ ਦੀ ਕੀਮਤ ਲੋਚ ਹੈ ਉਹ ਸਮਾਂ ਤੱਤ ਦੇ ਨਾਲ ਕਿਸ ਤਰ੍ਹਾਂ ਜਿਹੜਾ ਹੈ ਉਹ ਸੰਬੰਧਿਤ ਹੈ। ਤਾਂ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਸਮਾਂ ਤੱਤ। ਤਾਂ ਸਮਾਂ ਤੱਤ ਜਿਹਨੂੰ ਆਪਾਂ ਇੰਗਲਿਸ਼ ਚ ਟਾਈਮ ਐਲੀਮੈਂਟ ਕਹਿ ਸਕਦੇ ਹਾਂ। ਤਾਂ ਸਮਾਂ ਤੱਤ ਅਤੇ ਪੂਰਤੀ ਦੀ ਕੀਮਤ ਲੋਚ, ਤਾਂ ਇਹ ਆਪਣਾ ਜਿਹੜਾ ਹੈ ਉਹ ਹੁਣ ਦਾ ਟੌਪਿਕ ਜਿਹੜਾ ਉਹ ਰਹਿਣ ਵਾਲਾ ਹੈ। ਤਾਂ ਦੇਖੋ, ਜਦੋਂ ਆਪਾਂ ਉਤਪਾਦਨ ਫਲਨ ਕੀਤਾ ਸੀ ਤਾਂ ਉਤਪਾਦਨ ਫਲਨ ਦੇ ਵਿੱਚ ਆਪਾਂ ਕਈ ਤਰ੍ਹਾਂ ਦਾ ਸਮਾਂ ਤੱਤ ਕੀਤਾ ਸੀ, ਜਿਹਦੇ ਚ ਆਪਾਂ ਦੋ ਤਰ੍ਹਾਂ ਦੇ ਮੇਨ ਸਮਾਂ ਤੱਤ ਲੈ ਕੇ ਚੱਲੇ ਸੀ। ਇੱਕ ਸੀ ਅਲਪਕਾਲ ਤੇ ਇੱਕ ਸੀ ਦੀਰਘਕਾਲ। ਤਾਂ ਆਪਾਂ ਗੱਲ ਕੀਤੀ ਸੀ ਵੀ ਅਲਪਕਾਲ ਜਿਹੜਾ ਹੈ ਉਹ ਇੱਕ ਐਜੀ ਸਮਾਂ ਅਵਧੀ ਹੁੰਦੀ ਹੈ ਜਿੰਦੇ ਵਿੱਚ ਕੀ ਹੁੰਦਾ ਹੈ, ਕੁਝ ਉਤਪਾਦਨ ਦੇ ਸਾਧਨ ਜਿਹੜੇ ਨੇ ਉਹ ਸਥਿਰ ਹੁੰਦੇ ਨੇ ਤੇ ਕੁਝ ਉਤਪਾਦਨ ਦੇ ਸਾਧਨ ਜਿਹੜੇ ਨੇ ਉਹ ਪਰਿਵਰਤਨਸ਼ੀਲ ਹੁੰਦੇ ਨੇ। ਮਤਲਬ ਕੁਝ ਸਾਧਨ ਐਜੇ ਹੋਣਗੇ ਜਿਹਨੂੰ ਆਪਾਂ ਬਦਲ ਨਹੀਂ ਪਾਉਂਗੇ, ਕੁਝ ਐਜੇ ਹੋਣਗੇ ਜਿਨ੍ਹਾਂ ਨੂੰ ਆਪਾਂ ਬਦਲ ਸਕਾਂਗੇ। ਤਾਂ ਪਹਿਲੀ ਗੱਲ ਜਿਹੜੀ ਮੈਂ ਇੱਥੇ ਕਲੀਅਰ ਕਰਨਾ ਚਾਹਨਾ ਉਹ ਇਹ ਹੈ ਵੀ ਸਮਾਂ ਤੱਤ ਜਿਹੜਾ ਹੈ ਉਹ ਅਲਪਕਾਲ ਹੋਏਗਾ ਤਾਂ ਉਹ ਕਿੰਨੇ ਟਾਈਮ ਵਾਸਤੇ ਹੋਏਗਾ। ਉਹ 5 ਦਿਨ ਵਾਸਤੇ ਹੋਏਗਾ ਕਿ ਉਹ 5 ਹਫ਼ਤੇ ਵਾਸਤੇ ਹੋਏਗਾ ਕਿ 5 ਮਹੀਨੇ ਵਾਸਤੇ ਹੋਏਗਾ ਕਿ 5 ਸਾਲ ਵਾਸਤੇ ਹੋਏਗਾ, ਇਹਦਾ ਕੋਈ ਜਵਾਬ ਨਹੀਂ ਹੈ। ਕਿਉਂ ਨਹੀਂ ਹੈ? ਕਿਉਂਕਿ ਜਿਹੜਾ ਸਮਾਂ ਹੈ ਉਹ ਅਲੱਗ-ਅਲੱਗ ਜਿਹੜੇ ਚੀਜ਼ਾਂ ਦਾ ਉਤਪਾਦਨ ਹੈ ਉਹਦੇ ਵਾਸਤੇ ਅਲੱਗ-ਅਲੱਗ ਹੁੰਦਾ ਹੈ। ਕੋਈ ਚੀਜ਼ ਐਜੀ ਹੋ ਸਕਦੀ ਹੈ ਜਿੰਦਾ ਉਤਪਾਦਨ ਕਰਨ ਵਾਸਤੇ 5 ਦਿਨ ਜਿਹੜੇ ਨੇ ਉਹ ਅਲਪਕਾਲ ਹੋਣ, ਤਾਂ ਕੁਝ ਐਜੀ ਵੀ ਹੋ ਸਕਦੀਆਂ ਜਿੰਦੇ ਚ 5 ਹਫ਼ਤੇ ਅਲਪਕਾਲ ਹੋਣ, ਤਾਂ ਕੁਝ ਐਜੀ ਵੀ ਹੋ ਸਕਦੀ ਹੈ ਜਿੰਦੇ ਵਾਸਤੇ 5 ਸਾਲ ਵੀ ਜਿਹੜਾ ਹੈ ਉਹ ਅਲਪਕਾਲ ਹੋਵੇ। ਤਾਂ ਆਪਾਂ ਕਿਸ ਚੀਜ਼ ਨੂੰ ਅਲਪਕਾਲ ਕਵਾਂਗੇ, ਇਸ ਚੀਜ਼ ਨੂੰ ਆਪਾਂ ਹੁਣੇ ਹੀ ਜਿਹੜਾ ਬਿਲਕੁਲ ਕਲੀਅਰ ਕਰ ਲਈਏ ਵੀ ਜਿੰਨੀ ਦੇਰ ਤੱਕ ਇੱਕ ਉਤਪਾਦਕ ਹੋਣ ਦੇ ਨਾਤੇ ਤੁਹਾਨੂੰ ਇਹ ਲੱਗਦਾ ਹੈ ਵੀ ਜਿਹੜੇ ਉਤਪਾਦਨ ਦੇ ਕੁਝ ਸਾਧਨ ਐਜੇ ਨੇ ਜਿਹਨੂੰ ਤੁਸੀਂ ਹਾਲੇ ਵੀ ਬਦਲ ਨਹੀਂ ਪਾ ਰਹੇ ਹੋ, ਹਾਲੇ ਵੀ ਉਤਪਾਦਨ ਦੇ ਕੁਝ ਸਾਧਨ ਐਜੇ ਹੈ ਜਿਹੜੇ ਸਥਿਰ ਪਏ ਹੋਏ ਹੈ, ਤਾਂ ਉਹ ਸਮਝ ਲੈਣਾ ਉਨੀ ਦੇਰ ਤੱਕ ਅਲਪਕਾਲ ਜਿਹੜਾ ਹੈ ਉਹ ਚੱਲਦਾ ਪਿਆ। ਤਾਂ ਜਦੋਂ ਤੁਹਾਨੂੰ ਲੱਗੇਗਾ ਵੀ ਹਾਂ ਹੁਣ ਅਸੀਂ ਇਸ ਹਾਲਤ ਦੇ ਵਿੱਚ ਆ ਗਏ ਹਾਂ ਵੀ ਅਸੀਂ ਉਤਪਾਦਨ ਦੇ ਸਾਰੇ ਸਾਧਨ ਜਿਹੜੇ ਹੈ ਉਹਨੂੰ ਅਸੀਂ ਬਦਲ ਸਕਦੇ ਹਾਂ, ਤਾਂ ਉਦੋਂ ਆਪਾਂ ਕਵਾਂਗੇ ਕਿ ਹੁਣ ਕੀ ਹੋ ਗਿਆ ਜੀ, ਹੁਣ ਤਾਂ ਦੀਰਘਕਾਲ ਜਿਹੜਾ ਹੈ ਉਹ ਆ ਗਿਆ। ਤਾਂ ਆਪਾਂ ਦੋ ਤਰ੍ਹਾਂ ਦਾ ਟਾਈਮ ਕੀਤਾ ਸੀ ਉਤਪਾਦਨ ਫਲਨ ਦੇ ਵਿੱਚ। ਇੱਕ ਅਲਪਕਾਲ ਚ ਕੀ ਸੀ, ਕੁਝ ਉਤਪਾਦਨ ਦੇ ਸਾਧਨ ਐਜੇ ਸੀ ਜਿਹੜੇ ਕਿ ਸਥਿਰ ਹੈਗੇ ਸੀ, ਕੁਝ ਉਤਪਾਦਨ ਦੇ ਸਾਧਨ ਐਜੇ ਸੀ ਜਿਹਨੂੰ ਆਪਾਂ ਪਰਿਵਰਤਨਸ਼ੀਲ ਸਾਧਨਾਂ ਦਾ ਨਾਮ ਜਿਹੜਾ ਹੈ ਉਹ ਦਿੱਤਾ ਸੀ। ਬੇਸਿਕਲੀ ਜਿਹੜੀ ਜ਼ਮੀਨ ਸੀ ਉਹਨੂੰ ਆਪਾਂ ਸਥਿਰ ਸਾਧਨ ਲੈ ਕੇ ਚੱਲ ਰਹੇ ਸੀ ਤੇ ਜਿਹੜੇ ਮਜ਼ਦੂਰ ਸੀ ਉਹਨੂੰ ਆਪਾਂ ਪਰਿਵਰਤਨਸ਼ੀਲ ਸਾਧਨ ਜਿਹੜਾ ਉਹ ਲੈ ਕੇ ਚੱਲ ਰਹੇ ਸੀ। ਨੰਬਰ 2, ਜਦੋਂ ਆਪਾਂ ਗੱਲ ਕੀਤੀ ਦੀਰਘਕਾਲ ਦੀ, ਤਾਂ ਆਪਾਂ ਕਿਹਾ ਵੀ ਦੀਰਘਕਾਲ ਜਿਹੜਾ ਉਹ ਇੱਕ ਐਜੀ ਸਮਾਂ ਅਵਧੀ ਹੁੰਦੀ ਹੈ ਜਿੰਦੇ ਚ ਕੀ ਹੁੰਦਾ ਹੈ, ਉਤਪਾਦਨ ਦੇ ਸਾਰੇ ਸਾਧਨ ਜਿਹੜੇ ਨੇ ਉਹ ਪਰਿਵਰਤਨਸ਼ੀਲ ਹੁੰਦੇ ਨੇ। ਮਤਲਬ ਦੀਰਘਕਾਲ ਇੱਕ ਐਜਾ ਟਾਈਮ ਹੈ ਜਿਹਦੇ ਚ ਕੋਈ ਵੀ ਉਤਪਾਦਨ ਦਾ ਸਾਧਨ ਜਿਹੜਾ ਉਹ ਸਥਿਰ ਨਹੀਂ ਹੈਗਾ, ਸਾਰੇ ਦੇ ਸਾਰੇ ਉਤਪਾਦਨ ਦੇ ਸਾਧਨ ਜਿਹੜੇ ਨੇ ਉਹ ਬਦਲੇ ਜਾ ਸਕਦੇ ਨੇ। ਤਾਂ ਇਹ ਦੋ ਤਰ੍ਹਾਂ ਦਾ ਟਾਈਮ ਜਿਹੜਾ ਉਹ ਆਪਾਂ ਕੀਤਾ। ਹੁਣ ਕੁਐਸਚਨ ਉੱਠਿਆ ਵੀ ਆਪਾਂ ਇਸ ਸਮਾਂ ਤੱਤ ਨੂੰ ਪੂਰਤੀ ਦੇ ਨਾਲ ਸੰਬੰਧਿਤ ਜਿਹੜਾ ਹੈ ਉਹ ਕਿਉਂ ਕਰਦੇ ਪਿਆ, ਕਿਉਂਕਿ ਆਪਾਂ ਆਲਰੇਡੀ ਆਪਣੇ ਬਹੁਤ ਸਾਰੇ ਲੈਕਚਰਸ ਦੇ ਵਿੱਚ ਇੱਕ ਗੱਲ ਕਰਕੇ ਆਏ ਹਾਂ ਵੀ ਜਿਹੜੀ ਪੂਰਤੀ ਹੈ
ਉਹ ਨਿਰਭਰ ਕਰਦੀ ਹੈ ਕਿ ਉਤਪਾਦਨ ਕਿੰਨਾ ਹੋਇਆ ਹੈ। ਕਿਉਂਕਿ ਦੇਖੋ ਜੇ ਉਤਪਾਦਨ ਹੋਏਗਾ, ਚੀਜ਼ਾਂ ਬਣਨਗੀਆਂ ਤਾਂ ਹੀ ਤਾਂ ਬਾਜ਼ਾਰ ਦੇ ਵਿੱਚ ਆਣਗੀਆਂ। ਤਾਂ ਹੀ ਆਪਾਂ ਜਿਹੜਾ ਪੂਰਤੀ ਵਾਲਾ ਚੈਪਟਰ ਹੈ ਇਹ ਆਪਾਂ ਉਤਪਾਦਨ ਵਾਲੇ ਚੈਪਟਰ ਤੋਂ ਬਾਅਦ ਕਰਦੇ ਹਾਂ ਕਿ ਲੋ ਜੀ ਪਹਿਲਾਂ ਕੀ ਹੋਊਗਾ, ਪਹਿਲਾਂ ਉਤਪਾਦਨ ਹੋਏਗਾ, ਉਤਪਾਦਨ ਹੋਣ ਤੋਂ ਬਾਅਦ ਇਹ ਵੇਖਿਆ ਜਾਏਗਾ ਵੀ ਉਸ ਉਤਪਾਦਨ ਦੀ ਬਾਜ਼ਾਰ ਦੇ ਵਿੱਚ ਕੀਮਤ ਜਿਹੜੀ ਹੈ ਉਹ ਕਿੰਨੀ ਮਿਲਦੀ ਪਈ ਹੈ। ਉਸ ਹਿਸਾਬ ਤੇ ਕੀ ਹੋਊਗਾ, ਉਸ ਉਤਪਾਦਨ ਦੇ ਵਿੱਚੋਂ ਚੀਜ਼ਾਂ ਨਿਕਾਲ ਕੇ ਉਹਨਾਂ ਦੀ ਪੂਰਤੀ ਜਿਹੜੀ ਹੈ ਉਹ ਕੀਤੀ ਜਾਏਗੀ। ਤਾਂ ਅਲਪਕਾਲ ਦੇ ਵਿੱਚ ਉਤਪਾਦਨ ਹੋ ਸਕਦਾ ਹੈ, ਦੀਰਘ ਕਾਲ ਦੇ ਵਿੱਚ ਉਤਪਾਦਨ ਹੋ ਸਕਦਾ ਹੈ। ਆਪਾਂ ਹੁਣ ਕੀ ਕਰਦੇ ਆ, ਇਹਦੇ ਵਿੱਚ ਨਾ ਇੱਕ ਟਾਈਮ ਹੋਰ ਜੋੜ ਦਿੰਦੇ ਆ ਆਪਣੇ ਹਿਸਾਬ ਨਾਲ, ਜਿਹਨੂੰ ਆਪਾਂ ਕਹਿੰਦੇ ਹਾਂ ਅਤੀ ਅਲਪਕਾਲ। ਹੁਣ ਅਗਰ ਤੁਸੀਂ ਇਹਨੂੰ ਨਾਮ ਤੋਂ ਕਲੀਅਰ ਕਰੋ ਤਾਂ ਅਤੀ ਅਲਪਕਾਲ ਇਹ ਕੀ ਚੀਜ਼ ਹੋਈ। ਅਤੀ ਅਤੀ ਹੁੰਦਾ ਬਹੁਤ, ਅਲਪ यानी कि छोटा, काल मतलब समा, अति मतलब बहुत, अल्प मतलब छोटा, काल मतलब समा, यानी कि बहुत छोटा समा। ਹੁਣ ਜੇ ਬਹੁਤ ਛੋਟਾ ਸਮਾਂ ਹੋਊਗਾ ਤਾਂ ਸੋਚ ਕੇ ਦੇਖੋ ਵੀ ਜਦੋਂ ਆਪਾਂ ਕਿਹਾ ਸੀ ਵੀ ਅਲਪ ਕਾਲ ਹੈ, ਛੋਟਾ ਸਮਾਂ, ਘੱਟ ਸਮਾਂ, ਤਾਂ ਕੀ ਸੀ, ਉਤਪਾਦਨ ਦੇ ਸਾਧਨ ਜਿਹੜੇ ਨੇ ਉਹ ਦੋ ਤਰ੍ਹਾਂ ਦੇ ਨੇ, ਇੱਕ ਨੇ ਸਥਿਰ ਤੇ ਇੱਕ ਨੇ ਪਰਿਵਰਤਨਸ਼ੀਲ। ਮਤਲਬ ਕੁਝ ਸਾਧਨ ਇਹ ਜਿਹੇ ਹੋਣਗੇ ਜਿਹਨੂੰ ਤੁਸੀਂ ਬਦਲ ਸਕੋਗੇ, ਕੁਝ ਸਾਧਨ ਇਹ ਜਿਹੇ ਹੋਣਗੇ ਜਿਹਨੂੰ ਤੁਸੀਂ ਬਦਲ ਨਹੀਂ ਸਕੋਗੇ। ਪਰ ਜਦੋਂ ਆਪਾਂ ਕਹਿੰਦੇ ਆ ਵੀ ਟਾਈਮ ਉਸ ਤੋਂ ਵੀ ਘੱਟ ਹੈ, ਜੇ ਟਾਈਮ ਉਸ ਤੋਂ ਵੀ ਘੱਟ ਹੈ ਤਾਂ ਹੁਣ ਕੀ ਹੋਊਗਾ, ਹੁਣ ਇਹ ਹੋਏਗਾ ਵੀ ਉਤਪਾਦਨ ਦਾ ਕੋਈ ਵੀ ਸਾਧਨ ਜਿਹੜਾ ਹੈ ਉਹ ਪਰਿਵਰਤਨਸ਼ੀਲ ਨਹੀਂ ਹੋਏਗਾ। ਮਤਲਬ ਟਾਈਮ ਐਡਾ ਥੋੜਾ ਹੈ ਵੀ ਤੁਸੀਂ ਕੋਈ ਵੀ ਉਤਪਾਦਨ ਦਾ ਸਾਧਨ ਬਦਲ ਹੀ ਨਹੀਂ ਸਕਦੇ। ਮਤਲਬ ਕੀ ਹੋਏਗਾ, ਅਲਪਕਾਲ ਦੇ ਵਿੱਚ ਉਤਪਾਦਨ ਦੇ ਸਾਰੇ ਸਾਧਨ ਜਿਹੜੇ ਨੇ ਉਹ ਕੀ ਹੋਣਗੇ, ਸਥਿਰ ਸਾਧਨ ਹੋਣਗੇ। ਮਤਲਬ ਕੋਈ ਵੀ ਸਾਧਨ ਪਰਿਵਰਤਨਸ਼ੀਲ ਨਹੀਂ ਹੋਏਗਾ। ਮਤਲਬ ਤੁਹਾਡੇ ਕੋਲ ਟਾਈਮ ਐਡਾ ਥੋੜਾ ਹੈ ਵੀ ਤੁਸੀਂ ਬਿਲਕੁਲ ਵੀ ਉਤਪਾਦਨ ਜਿਹੜਾ ਹੈ ਉਹ ਨਹੀਂ ਵਧਾ ਸਕਦੇ। ਜੇ ਤੁਸੀਂ ਉਤਪਾਦਨ ਨਹੀਂ ਵਧਾ ਸਕਦੇ ਤਾਂ ਫਿਰ ਪੂਰਤੀ ਕਿਵੇਂ ਵਧਾਓਗੇ, ਗੱਲ ਬੜੀ ਸੋਚਣ ਵਾਲੀ ਹੈ। ਆਪਾਂ ਇੱਕ ਬੜੀ ਸਿੰਪਲ ਜੀ ਐਗਜ਼ਾਮਪਲ ਲੈਂਦੇ ਆ। ਮੰਨ ਲਓ ਵੀ ਤੁਹਾਡੇ ਸਕੂਲ ਦੇ ਵਿੱਚ, ਆਪਾਂ ਮੰਨ ਲਈਏ ਵੀ ਤੁਹਾਡੀ ਕਲਾਸ ਦੇ ਵਿੱਚ ਕਿਸੇ ਬੱਚੇ ਦਾ ਬਰਥਡੇ ਹੈ, ਮੰਨ ਲਓ ਤੁਹਾਡਾ ਹੀ ਬਰਥਡੇ ਹੈ, ਤਾਂ ਹੁਣ ਤੁਸੀਂ ਕੀ ਕੀਤਾ, ਤੁਸੀਂ ਕੈਂਟੀਨ ਵਾਲੇ ਕੋਲ ਗਏ, ਤੁਸੀਂ ਕੈਂਟੀਨ ਵਾਲੇ ਨੂੰ ਕਿਹਾ ਕਿ ਮੈਨੂੰ ਨਾ ਜਿਹੜੇ ਮੇਰਾ ਬਰਥਡੇ ਹੈ ਤੇ ਉਹਦੇ ਤੇ ਮੈਂ ਬੱਚਿਆਂ ਨੂੰ ਪਾਰਟੀ ਦੇਣੀ ਹੈ ਤੇ ਮੈਨੂੰ ਉਹਦੇ ਵਾਸਤੇ ਸਪੋਜ਼ ਕਰੋ ਕਿ 버ਗਰ ਚਾਹੀਦੇ ਹੈ। ਉਹ ਕਹੇਗਾ ਕਿੰਨੇ 버ਗਰ ਚਾਹੀਦੇ ਹੈ, ਤੁਸੀਂ ਕਹੇ ਜੀ ਕਿ ਮੈਨੂੰ 버ਗਰ ਚਾਹੀਦੇ ਨੇ 50। ਉਹ ਕਹੇਗਾ ਦੇਖੋ ਜੀ 50 버ਗਰ ਕਦੋਂ ਚਾਹੀਦੇ ਨੇ, ਤੁਸੀਂ ਕਹੇ ਜੀ ਹੁਣੇ ਚਾਹੀਦੇ ਆ। ਉਹ ਕਹਿੰਦੇ ਹੁਣੇ ਤਾਂ ਹੈ ਨਹੀਂ, ਹੁਣੇ ਤਾਂ ਮੇਰੇ ਕੋਲ 30 버ਗਰ ਪਏ ਨੇ ਤਾਂ ਮੈਂ 30 버ਗਰ ਹੀ ਦੇ ਸਕਦਾ, ਇਸ ਤੋਂ ਜ਼ਿਆਦਾ ਨਹੀਂ ਦੇ ਸਕਦਾ। ਯਾਨੀ ਹੁਣ ਸੋਚੋ ਵੀ ਉਤਪਾਦਨ ਦਾ ਉਹਨੂੰ ਤੁਸੀਂ ਟਾਈਮ ਹੀ ਨਹੀਂ ਦਿੱਤਾ, ਤੁਸੀਂ ਕਿਹਾ ਵੀ ਹੁਣੇ 버ਗਰ ਚਾਹੀਦੇ, ਹੁਣੇ ਹੋਣੇ ਚਾਹੀਦੇ। ਮਤਲਬ ਉਹ ਕਹੇਗਾ ਵੀ ਦੇਖੋ ਜੀ ਜਿੰਨਾ ਮੇਰੇ ਕੋਲ ਹੈਗਾ ਮੈਂ ਉਨਾ ਹੀ ਦੇ ਸਕਦਾ। ਮਤਲਬ ਜਿੰਨਾ ਉਹਦੇ ਕੋਲ ਇਸ ਟਾਈਮ ਤੇ ਸਟਾਕ ਮੌਜੂਦ ਹੈ ਉਹ ਵੱਧ ਤੋਂ ਵੱਧ ਉਨਾ ਹੀ ਤੁਹਾਨੂੰ ਪੂਰਤੀ ਜਿਹੜੀ ਹੈ ਉਹ ਦੇ ਸਕਦਾ। ਜੇ ਉਹਨੂੰ ਤੁਸੀਂ ਟਾਈਮ ਹੀ ਨਹੀਂ ਦਿਓਗੇ, ਉਹ ਕਹੇਗਾ ਮੈਨੂੰ ਹੁਣੇ ਤਾਂ ਮਤਲਬ ਕੀ ਹੋਇਆ, ਜਿੰਨਾ ਮੇਰੇ ਕੋਲ ਹੈਗਾ ਸਾਰੇ ਦੇ ਸਾਰੇ ਲੈ ਜਾਓ, ਵੱਧ ਤੋਂ ਵੱਧ ਮੈਂ ਇੰਨਾ ਕਰ ਸਕਦਾ ਕਿ ਮੇਰੇ ਕੋਲ 30 버ਗਰ ਮੌਜੂਦ ਨੇ, 30 ਦੇ 30 버ਗਰ ਮੈਂ ਦੇ ਸਕਦਾ। ਮਤਲਬ ਜਦੋਂ ਕੀ ਹੋਊਗਾ, ਅਤੀ ਅਲਪਕਾਲ ਹੋਏਗਾ ਤਾਂ ਉਤਪਾਦਨ ਬਿਲਕੁਲ ਨਹੀਂ ਵਧਾਇਆ ਜਾ ਸਕਦਾ। ਤਾਂ ਜੋ ਮੌਜੂਦਾ ਸਟਾਕ ਹੈ ਵੱਧ ਤੋਂ ਵੱਧ ਉਨੀ ਹੀ ਪੂਰਤੀ ਜਿਹੜੀ ਹੈ ਉਹ ਹੋ ਸਕਦੀ ਹੈ, ਕਿਉਂਕਿ ਅਤੀ ਅਲਪਕਾਲ ਦੇ ਵਿੱਚ ਉਤਪਾਦਨ ਦੇ ਸਾਧਨ ਸਥਿਰ ਹੋ ਗਏ, ਉਤਪਾਦਨ ਵਧਣਾ ਕੋਣੀ। ਜੇ ਉਤਪਾਦਨ ਨਹੀਂ ਵਧਣਾ ਤਾਂ ਪੂਰਤੀ ਵੀ ਨਹੀਂ ਵਧੇਗੀ, ਮਤਲਬ ਪੂਰਤੀ ਰਹੇਗੀ ਉਨੀ ਦੀ ਉਨੀ। ਹੁਣ ਤੁਸੀਂ ਉਹਨੂੰ ਕਿਹਾ ਵੀ ਚੱਲ ਕੋਈ ਗੱਲ ਨਹੀਂ, 버ਗਰ ਦਾ ਰੇਟ 20 ਰੁਪਏ ਹੈ, ਮੈਂ ਤੈਨੂੰ 25 ਰੁਪਏ ਦੇਣਾ, ਹੁਣੇ 버ਗਰ ਦੇ। ਉਹ ਕਹੇਗਾ ਤੁਸੀਂ ਭਾਵੇਂ ਮੈਨੂੰ 30 ਰੁਪਏ ਦੇ ਦਿਓ, ਜਦੋਂ ਮੈਂ ਬਣਾ ਹੀ ਨਹੀਂ ਸਕਦਾ ਤਾਂ ਮੈਂ ਦੇਵਾਂ ਕਿੱਥੋਂ। ਤਾਂ ਯਾਨੀ ਕੀ ਹੋਊਗਾ, ਕੀਮਤ ਵਿੱਚ ਜਿੰਨਾ ਮਰਜ਼ੀ ਬਦਲਾਵ ਹੋ ਜਾਵੇ, ਉਹ ਕਹੇਗਾ ਮੇਰੇ ਕੋਲ ਟਾਈਮ ਹੀ ਨਹੀਂ ਹੈਗਾ ਉਤਪਾਦਨ ਕਰਨ ਵਾਸਤੇ। ਜੇ ਮੈਂ ਉਤਪਾਦਨ ਹੀ ਨਹੀਂ ਕਰ ਪਾ ਰਿਹਾ ਤਾਂ ਮੈਂ ਪੂਰਤੀ ਕਿੱਥੋਂ ਕਰਾਂਗਾ। ਯਾਨੀ ਕੀਮਤ ਦੇ ਬਦਲਣ ਦਾ ਪੂਰਤੀ ਦੇ ਉੱਪਰ ਕਿਸੇ ਤਰ੍ਹਾਂ ਦਾ ਕੋਈ ਪ੍ਰਭਾਵ ਜਿਹੜਾ ਨਹੀਂ ਪਏਗਾ, ਪੂਰਤੀ ਉਨੀ ਦੀ ਉਨੀ ਹੀ ਰਹੇਗੀ। ਮਤਲਬ ਕੀ ਹੈ, ਅਗਰ ਆਪਾਂ ਇਸ ਚੀਜ਼ ਨੂੰ ਇੱਕ ਡਾਇਗਰਾਮ ਦੇ ਥਰੂ ਦਿਖਾਉਣ ਦੀ ਕੋਸ਼ਿਸ਼ ਕਰੀਏ ਤਾਂ ਉਹ ਡਾਇਗਰਾਮ ਜਿਹੜੀ ਹੈ ਉਹ ਕਿਵੇਂ ਬਣੇਗੀ। ਹਮੇਸ਼ਾ ਦੀ ਤਰ੍ਹਾਂ ਆਪਾਂ ਜਿਹੜਾ x ਐਕਸਿਸ ਹੈ ਉੱਥੇ ਆਪਾਂ ਲਵਾਂਗੇ ਪੂਰਤੀ, ਜਿਹੜਾ y ਐਕਸਿਸ ਹੈ ਉੱਥੇ ਆਪਾਂ ਲਾਂਗੇ ਕੀਮਤ। ਠੀਕ ਹੈ, ਤਾਂ ਹੁਣ ਮੰਨ ਲਓ ਵੀ ਕੀਮਤ ਜਿਹੜੀ ਹੈ ਉਹ ਪ੍ਰੈਜ਼ੈਂਟਲੀ ਹੈ OP ਕੀਮਤ ਦੇ ਉੱਪਰ ਉਹ ਕਹਿੰਦਾ ਕਿ ਮੈਂ ਦੇਖੋ ਜੀ ਮੈਂ OQ 버ਗਰ ਜਿਹੜੇ ਨੇ ਉਹਨਾਂ ਦੀ ਪੂਰਤੀ ਕਰ ਸਕਦਾ। ਮਤਲਬ ਮੈਂ ਹੈਗਾ ਇਸ A ਪੁਆਇੰਟ ਤੇ,
ਠੀਕ ਹੈ, ਤੁਸੀਂ ਉਹਨੂੰ ਹੁਣ ਟਾਈਮ ਹੀ ਨਹੀਂ ਦਿੱਤਾ, ਉਹਨੂੰ ਕਿਹਾ ਵੀ ਮੈਂ ਤੈਨੂੰ 25 ਰੁਪਏ ਦੀ ਥਾਂ ਤੇ 30 ਰੁਪਏ ਦੇਣਾ, 버ਗਰ ਦੀ ਪੂਰਤੀ ਵਧਾ। ਉਹ ਕਹਿੰਦਾ ਮੈਂ ਉਤਪਾਦਨ ਹੀ ਨਹੀਂ ਵਧਾ ਸਕਦਾ, ਤਾਂ ਪੂਰਤੀ ਕਿੱਥੋਂ ਵਧਾਵਾਂ। ਯਾਨੀ ਜੇਕਰ ਕੀਮਤ ਵੱਧ ਵੀ ਜਾਏਗੀ ਤਾਂ ਵੀ ਪੂਰਤੀ ਓਨੀ ਦੀ ਓਨੀ ਹੀ ਰਹੇਗੀ, ਪੂਰਤੀ 'ਚ ਕੋਈ ਬਦਲਾਵ ਕਰਨਾ ਸੰਭਵ ਜਿਹੜਾ ਹੈ ਉਹ ਨਹੀਂ ਹੋਏਗਾ। ਕਿਉਂ ਨਹੀਂ ਹੋਏਗਾ? ਕਿਉਂਕਿ ਉਤਪਾਦਨ ਦੇ ਸਾਧਨਾਂ ਦੇ ਵਿੱਚ ਬਦਲਾਵ ਕਰਨਾ ਜਿਹੜਾ ਹੈ ਉਹ ਸੰਭਵ ਨਹੀਂ ਹੈਗਾ, ਕਿਉਂਕਿ ਸਾਰੇ ਦੇ ਸਾਰੇ ਸਾਧਨ ਜਿਹੜੇ ਨੇ ਉਹ ਸਥਿਰ ਨੇ। ਐਸੇ ਤਰ੍ਹਾਂ ਹੀ ਅਗਰ ਕੀਮਤ ਘਟ ਜਾਏਗੀ ਤਾਂ ਹੁਣ ਉਹ ਜਿਹੜੀਆਂ ਚੀਜ਼ਾਂ ਉਹ ਬਣਾ ਚੁੱਕਿਆ ਹੈ ਉਹ ਤਾਂ ਬਣਾ ਚੁੱਕਿਆ ਹੈ, ਹੁਣ ਉਹਦੇ ਚ ਘਟਾ ਥੋੜੀ ਸਕਦਾ ਹੈ। ਵੀ ਜੋ 버ਗਰ ਉਹਦੇ ਕੋਲ ਪਏ ਨੇ, ਆਪਾਂ ਹੁਣ ਐਗਜ਼ਾਮਪਲ ਲਈ ਵੀ ਉਹਦੇ ਕੋਲ 30 버ਗਰ ਪਏ ਨੇ, ਹੁਣ ਜੇ ਮੰਨ ਲਓ ਕੀਮਤ ਘਟ ਜਾਏਗੀ ਤਾਂ 버ਗਰ ਨੂੰ 30 ਤੋਂ ਘਟਾ ਕੇ 25 ਕਿਵੇਂ ਕਰੇਗਾ? ਕਿਉਂਕਿ ਜੋ ਉਹ ਉਤਪਾਦਨ ਕਰ ਚੁੱਕਿਆ ਉਹ ਕਰ ਚੁੱਕਿਆ ਹੈ। ਯਾਨੀ ਕੀਮਤ ਦੇ ਬਦਲਣ ਦਾ ਪੂਰਤੀ ਤੇ ਕੋਈ ਪ੍ਰਭਾਵ ਨਹੀਂ ਪਏਗਾ। ਹੁਣ ਕੀ ਹੋਏਗਾ? ਅਗਰ ਆਪਾਂ ਪੂਰਤੀ ਦੀ ਕੀਮਤ ਲੋਚ ਦਾ ਫਾਰਮੂਲਾ ਦੇਖੀਏ ਤਾਂ ਆਪਾਂ ਕੀ ਕਿਹਾ ਸੀ? ਆਪਾਂ ਕਿਹਾ ਸੀ ਉੱਪਰ ਆਪਾਂ ਲਿਖਾਂਗੇ ਪੂਰਤੀ ਵਿੱਚ ਹੋਣ ਵਾਲਾ ਪ੍ਰਤੀਸ਼ਤ ਬਦਲਾਵ ਬਟਾ ਆਪਾਂ ਇਹਨੂੰ ਭਾਗ ਕੀਤਾ ਸੀ ਕਿਸ ਚੀਜ਼ ਦੇ ਨਾਲ? ਕੀਮਤ ਵਿੱਚ ਹੋਣ ਵਾਲਾ ਪ੍ਰਤੀਸ਼ਤ ਬਦਲਾਵ। ਠੀਕ ਹੈ, ਹੁਣ ਆਪਾਂ ਇਹ ਫਾਰਮੂਲਾ ਕੀਤਾ ਸੀ ਵੀ ਇਸ ਫਾਰਮੂਲੇ ਦੁਆਰਾ ਆਪਾਂ ਕੀ ਕਰਾਂਗੇ? ਪੂਰਤੀ ਦੀ ਕੀਮਤ ਲੋਚ ਜਿਹੜੀ ਹੈ ਉਹਦਾ ਆਪਾਂ ਮਾਪ ਕਰਾਂਗੇ। ਹੁਣ ਦੇਖੋ ਪੂਰਤੀ ਜਿਹੜੀ ਹੈ ਉਹ OQ ਤੇ ਫਿਕਸ ਹੈ, ਯਾਨੀ ਅਗਰ ਆਪਾਂ A B ਤੇ C ਇਹ ਤਿੰਨ ਪੁਆਇੰਟ ਮਿਲਾ ਦਈਏ ਤਾਂ SS ਜਿਹੜੀ ਹੈ ਇਹ ਆਪਣੀ ਪੂਰਤੀ ਵਕਰ ਜਿਹੜੀ ਹੈ ਉਹ ਬਣੇਗੀ। ਠੀਕ ਹੋ ਗਿਆ? ਹੁਣ ਦੇਖੋ, ਹੁਣ ਪੂਰਤੀ ਵਿੱਚ ਹੋਣ ਵਾਲਾ ਪ੍ਰਤੀਸ਼ਤ ਬਦਲਾਵ, ਕੀ ਪੂਰਤੀ ਆਪਣੀ ਥਾਂ ਤੋਂ ਬਦਲੀ? ਬਿਲਕੁਲ ਵੀ ਨਹੀਂ, ਪੂਰਤੀ ਤਾਂ OQ ਦੀ OQ ਹੀ, ਮਤਲਬ ਪੂਰਤੀ ਚ ਹੋਣ ਵਾਲਾ ਪ੍ਰਤੀਸ਼ਤ ਬਦਲਾਵ ਹੋ ਗਿਆ 0, ਵੀ ਪੂਰਤੀ ਤਾਂ ਬਦਲਦੀ ਨਹੀਂ ਪਈ। ਥੱਲੇ ਲਿਖਿਆ ਕੀਮਤ ਵਿੱਚ ਹੋਣ ਵਾਲਾ ਪ੍ਰਤੀਸ਼ਤ ਬਦਲਾਵ। ਹੁਣ ਦੇਖੋ ਕੀਮਤ ਤਾਂ P ਤੋਂ P1 ਵੀ ਹੋਈ ਹੈ ਤੇ ਕੀਮਤ P ਤੋਂ P2 ਵੀ ਹੋਈ ਹੈ, ਤਾਂ ਆਪਾਂ ਮੰਨ ਲੈਂਦੇ ਆ ਵੀ ਕੀਮਤ ਚ ਪ੍ਰਤੀਸ਼ਤ ਬਦਲਾਵ ਹੋਇਆ ਹੈ 20%। ਸਪੋਜ਼ ਕਰੋ ਵੀ ਆ ਉੱਪਰ ਜਿਹੜਾ ਗਈ ਇੰਨਾ ਇਹ 20% ਹੈ, ਜਿਹੜਾ ਇਹ ਥੱਲੇ ਆਈ ਆਪਾਂ ਮੰਨ ਲੈਂਦੇ ਇਹ ਵੀ 20% ਹੈ। ਉੱਪਰ 20% ਵਧੀ ਹੈ ਤਾਂ ਪਲੱਸ, ਥੱਲੇ 20% ਘਟੀ ਹੈ ਤਾਂ ਮਾਈਨਸ। ਹੁਣ ਤੁਸੀਂ 0 ਨੂੰ ਭਾਵੇਂ ਪਲੱਸ 20% ਨਾਲ ਭਾਗ ਕਰ ਲਓ ਤੇ ਭਾਵੇਂ 0 ਨੂੰ ਤੁਸੀਂ ਮਾਈਨਸ 20% ਨਾਲ ਭਾਗ ਕਰ ਲਓ, ਆਨਸਰ ਕਿੰਨਾ ਆਏਗਾ? 0। ਯਾਨੀ ਅਗਰ ਆਪਾਂ ਅਤੀ ਅਲਪਕਾਲ ਦੀ ਗੱਲ ਕਰਦੇ ਹਾਂ ਤਾਂ ਉਸ ਟਾਈਮ ਦੇ ਵਿੱਚ ਜਿਹੜੀ ਪੂਰਤੀ ਦੀ ਕੀਮਤ ਲੋਚ ਹੈ ਉਹ ਕਿੰਨੀ ਹੁੰਦੀ ਹੈ? 0 ਹੁੰਦੀ ਹੈ। ਮਤਲਬ ਪੂਰਤੀ 'ਚ ਕੋਈ ਲੋਚ ਨਹੀਂ ਹੁੰਦੀ, ਪੂਰਤੀ ਨੂੰ ਆਪਾਂ ਬਿਲਕੁਲ ਨਹੀਂ ਬਦਲ ਸਕਦੇ। ਤਾਂ ਇਹ ਹੈ ਅਤੀ ਅਲਪਕਾਲ ਤੇ ਪੂਰਤੀ ਦੀ ਕੀਮਤ ਲੋਚ ਦਾ ਸੰਬੰਧ। ਸੈਕਿੰਡ, ਆਪਾਂ ਇਹਦੇ 'ਚ ਕੀ ਕਰਦੇ ਹਾਂ? ਹੁਣ ਆਪਾਂ ਅਤੀ ਅਲਪਕਾਲ ਦੀ ਥਾਂ ਤੇ ਅਗਲਾ ਟਾਈਮ ਲੈ ਲੈਂਦੇ ਆ, ਜਿੰਦੇ ਵਿੱਚ ਆਪਾਂ ਕੀ ਕਰਦੇ ਆ ਅਤੀ ਵਰਡ ਜਿਹੜਾ ਹੈ ਉਹ ਕੱਟ ਦਿੰਦੇ ਆ। ਤਾਂ ਹੁਣ ਜਦੋਂ ਆਪਾਂ ਅਤੀ ਵਰਡ ਕੱਟਾਂਗੇ ਤਾਂ ਹੁਣ ਕੀ ਹੋਊਗਾ? ਹੁਣ ਆ ਜਾਏਗਾ ਆਪਣਾ ਅਲਪਕਾਲ। ਹੁਣ 2 ਨੰਬਰ ਤੇ ਅਲਪਕਾਲ ਦੇਖੋ, ਅਲਪਕਾਲ ਕੀ ਹੈ? ਇਹ ਆਪਾਂ ਆਲਰੇਡੀ ਉਤਪਾਦਨ ਫਲਨ ਚ ਪੜਿਆ ਵੀ ਅਲਪਕਾਲ ਚ ਕੀ ਹੋਊਗਾ? ਜਿੰਨੇ ਵੀ ਉਤਪਾਦਨ ਦੇ ਸਾਧਨ ਨੇ ਉਹ ਦੋ ਤਰ੍ਹਾਂ ਦੇ ਹੋਣਗੇ। ਇੱਕ ਹੋਣਗੇ ਜਿਹਨੂੰ ਆਪਾਂ ਕਹਾਂਗੇ ਸਥਿਰ ਸਾਧਨ ਤੇ ਇੱਕ ਹੋਣਗੇ ਜਿਹਨੂੰ ਆਪਾਂ ਕਹਾਂਗੇ ਪਰਿਵਰਤਨਸ਼ੀਲ ਸਾਧਨ। ਵੀ ਉਤਪਾਦਨ ਦੇ ਸਾਧਨ ਦੋ ਤਰ੍ਹਾਂ ਦੇ ਨੇ, ਇੱਕ ਇਹ ਜਿਹੇ ਨੇ ਜਿਹਨੂੰ ਆਪਾਂ ਬਦਲ ਹੀ ਨਹੀਂ ਸਕਦੇ, ਜਿਹੜੇ ਬਿਲਕੁਲ ਸਥਿਰ ਨੇ, ਜਿੰਨੇ ਹੈਗੇ ਨੇ ਉਹਨੇ ਦੇ ਉਹਨੇ ਹੀ ਰਹਿਣਗੇ। ਦੂਜੇ ਇਹ ਜਿਹੇ ਨੇ ਜਿਹੜੇ ਪਰਿਵਰਤਨਸ਼ੀਲ ਸਾਧਨ ਨੇ, ਮਤਲਬ ਇਹ ਜਿਹੇ ਸਾਧਨ ਨੇ ਜਿਹਨੂੰ ਆਪਾਂ ਚਾਹੀਏ ਤਾਂ ਆਪਾਂ ਬਦਲ ਸਕਦੇ ਹਾਂ। ਹੁਣ ਆਪਾਂ ਯਾਦ ਕਰੋ ਜਦੋਂ ਉਤਪਾਦਨ ਫਲਨ ਕੀਤਾ ਸੀ ਤਾਂ ਆਪਾਂ ਕਿਹਾ ਸੀ ਵੀ ਜਿਹੜੀ ਜ਼ਮੀਨ ਹੈ ਉਹ ਕੀ ਹੈ? ਉਹ ਆਪਣਾ ਸਥਿਰ ਸਾਧਨ ਹੈ ਤੇ ਜਿਹੜੇ ਮਜ਼ਦੂਰ ਨੇ ਉਹ ਕੀ ਨੇ? ਉਹ ਆਪਣਾ ਪਰਿਵਰਤਨਸ਼ੀਲ ਸਾਧਨ ਨੇ। ਤਾਂ ਹੁਣ ਆਪਾਂ ਕੀ ਕਰ ਸਕਦੇ ਹਾਂ? ਸਥਿਰ ਸਾਧਨਾਂ ਨੂੰ ਤਾਂ ਬਿਲਕੁਲ ਵੀ ਬਦਲ ਨਹੀਂ ਸਕਦੇ, ਇੱਥੇ ਤਾਂ ਲੱਗ ਗਿਆ ਘੰਟਾ, ਆ ਨਹੀਂ ਬਦਲ ਸਕਦੇ। ਪਰ ਅਗਰ ਆਪਾਂ ਚਾਹੀਏ ਤਾਂ ਆਪਾਂ ਪਰਿਵਰਤਨਸ਼ੀਲ ਸਾਧਨਾਂ ਨੂੰ ਬਦਲ ਸਕਦੇ ਹਾਂ। ਮਤਲਬ ਕੁਝ ਸਾਧਨ ਅਜਿਹੇ ਹੈਗੇ ਨੇ ਜਿਹਨੂੰ ਬਦਲਿਆ ਜਾ ਸਕਦਾ ਹੈ। ਮਤਲਬ ਹੁਣ ਇਹਦਾ ਮਤਲਬ ਇਹ ਹੋਏਗਾ ਵੀ ਜੇਕਰ ਕੁਝ ਸਾਧਨ ਅਜਿਹੇ ਨੇ ਜਿਹਨੂੰ ਆਪਾਂ ਬਦਲ ਸਕਦੇ ਹਾਂ, ਮਤਲਬ ਹੁਣ ਉਤਪਾਦਨ ਬਦਲਿਆ ਜਾ ਸਕਦਾ ਹੈ। ਕਿੰਦੇ ਦੁਆਰਾ? ਅਪਰਿਵਰਤਨਸ਼ੀਲ ਸਾਧਨਾਂ ਨੂੰ ਬਦਲ ਕੇ। ਤੇ ਜੇ ਉਤਪਾਦਨ ਬਦਲਿਆ ਜਾ ਸਕਦਾ ਹੈ ਤਾਂ ਫਿਰ ਪੂਰਤੀ ਵੀ ਬਦਲੀ ਜਾ ਸਕਦੀ ਹੈ। ਤਾਂ ਹੁਣ ਕੀ ਹੋਊਗਾ? ਅਤੀ ਅਲਪਕਾਲ ਦੀ ਤਰ੍ਹਾਂ ਜਿਹੜੀ ਪੂਰਤੀ ਹੈ ਉਹ ਬਿਲਕੁਲ ਸਥਿਰ ਨਹੀਂ ਹੋਏਗੀ, ਬਲਕਿ ਪੂਰਤੀ ਦੇ ਵਿੱਚ ਕੁਝ ਨਾ ਕੁਝ ਬਦਲਾਵ ਕਰਨੇ ਜਿਹੜੇ ਨੇ ਉਹ ਪੋਸੀਬਲ ਹੋਣਗੇ, ਸੰਭਵ ਹੋਣਗੇ। ਯਾਨੀ ਹੁਣ ਕੀ ਹੋਊਗਾ? ਇੱਕ ਚੀਜ਼ ਇਹਦੇ ਵਿੱਚ ਬੜੀ ਇੰਟਰਸਟਿੰਗ ਹੈ,
जो ਆਪਾਂ ਨੂੰ ਹੁਣ ਧਿਆਨ ਦੇਣੀ ਪਏਗੀ। ਅਗਰ ਆਪਾਂ ਇਸ ਚੀਜ਼ ਨੂੰ ਡਾਇਗਰਾਮ ਦੇ ਥਰੂ ਦਿਖਾਈਏ ਤਾਂ ਬਿਲਕੁਲ ਸੇਮ ਡਾਇਗਰਾਮ ਜਿਵੇਂ ਆਪਾਂ ਹੁਣੇ ਬਣਾਈ ਸੀ ਉਵੇਂ ਹੀ ਆਪਾਂ ਕੀ ਕਰਦੇ ਆ, ਜਿਹੜਾ y ਐਕਸਿਸ ਹੈ ਉੱਥੇ ਆਪਾਂ ਕੀਮਤ ਲੈ ਲੈਂਦੇ ਆ, ਜਿਹੜਾ x ਐਕਸਿਸ ਹੈ ਉੱਥੇ ਆਪਾਂ ਪੂਰਤੀ ਲੈ ਲੈਂਦੇ ਆ। ਠੀਕ ਹੈ, ਹੁਣ ਕੀ ਹੋਇਆ, ਸ਼ੁਰੂਆਤ ਦੇ ਵਿੱਚ ਆਪਾਂ ਮੰਨ ਲਿਆ ਵੀ ਕੀਮਤ ਜਿਹੜੀ ਹੈ ਉਹ OP ਹੈ। ਠੀਕ ਹੈ, ਤਾਂ ਉਹਦੇ ਤੇ ਪੂਰਤੀ ਜਿਹੜੀ ਹੈ ਉਹ OQ ਹੈ। ਤਾਂ ਆਪਾਂ ਹੈਗੇ ਆ ਇਸ A ਪੁਆਇੰਟ ਤੇ, A ਪੁਆਇੰਟ ਜਿਹੜਾ ਹੈ ਉਹ ਆਪਣਾ ਇਨੀਸ਼ੀਅਲ ਪੁਆਇੰਟ ਹੈ। ਹੁਣ ਕੀ ਹੋਏਗਾ, ਅਗਰ ਅਤੀ ਅਲਪਕਾਲ ਹੋਵੇ ਤਾਂ ਕੀਮਤ ਅਗਰ ਮੰਨ ਲਓ ਬਹੁਤ ਜ਼ਿਆਦਾ ਵੱਧ ਜਾਵੇ, ਆਪਾਂ ਕੀਮਤ ਕੀ ਕਰਦੇ ਆ, ਆਪਾਂ ਕੀਮਤ ਨੂੰ ਬਹੁਤ ਜ਼ਿਆਦਾ ਵਧਾ ਦਿੰਦੇ ਆ। ਠੀਕ ਹੈ, ਤਾਂ ਕੀਮਤ ਜਿਹੜੀ ਹੈ ਮੰਨ ਲਓ P ਤੋਂ ਵੱਧ ਕੇ ਹੋਗੀ P1। ਹੁਣ ਦੇਖੋ ਇੰਨੀ ਸਾਰੀ ਕੀਮਤ ਵੱਧ ਗਈ, ਹੁਣ ਉਤਪਾਦਕ ਨੂੰ ਲੱਗਿਆ ਵੀ ਯਾਰ ਕੀਮਤ ਤਾਂ ਬਹੁਤ ਵੱਧ ਗਈ, ਯਾਨੀ ਹੁਣ ਮੈਨੂੰ ਤਾਂ ਬੜੇ ਫਾਇਦੇ ਹੋ ਰਹੇ ਨੇ। ਮੇਰੀ ਚੀਜ਼ ਜਿਹੜੀ ਪਹਿਲਾਂ OP ਕੀਮਤ ਤੇ ਵਿਕਦੀ ਪਈ ਸੀ, ਹੁਣ ਮੇਰੀ ਉਹੀ ਚੀਜ਼ ਜਿਹੜੀ ਹੈ ਉਹ OP1 ਕੀਮਤ ਤੇ ਵਿਕਦੀ ਪਈ ਹੈ। ਆਪਾਂ ਨੂੰ ਤਾਂ ਫਾਇਦੇ ਹੀ ਬਹੁਤ ਨੇ। ਤਾਂ ਆਪਾਂ ਨੂੰ ਕੀ ਕਰਨਾ ਚਾਹੀਦਾ ਹੈ, ਆਪਾਂ ਨੂੰ ਉਤਪਾਦਨ ਹੁਣ ਵਧਾਉਣਾ ਚਾਹੀਦਾ ਹੈ। ਜੇ ਆਪਾਂ ਉਤਪਾਦਨ ਵਧਾ ਦਿਆਂ ਤਾਂ ਕੀ ਹੋਊਗਾ, ਉਹਦੇ ਨਾਲ ਮੈਂ ਆਪਣੇ ਉਤਪਾਦਨ ਦੇ ਵਧਾਨ ਕਰਕੇ ਪੂਰਤੀ ਨੂੰ ਵਧਾ ਸਕਦਾ, ਚੀਜ਼ਾਂ ਬਾਜ਼ਾਰ 'ਚ ਜ਼ਿਆਦਾ ਲਿਆ ਸਕਦਾ। ਤਾਂ ਉਹਨੇ ਕੀ ਕੀਤਾ, ਉਹਨੇ ਉਤਪਾਦਨ ਨੂੰ ਵਧਾਉਣ ਦੀ ਕੋਸ਼ਿਸ਼ ਕੀਤੀ। ਤਾਂ ਉਤਪਾਦਨ ਨੂੰ ਵਧਾਉਣ ਵਾਸਤੇ ਕੀ ਕਰੇਗਾ, ਉਤਪਾਦਨ ਦੇ ਸਾਧਨਾਂ 'ਚ ਬਦਲੇਗਾ। ਪਰ ਜਦੋਂ ਉਹ ਉਤਪਾਦਨ ਦੇ ਸਾਧਨਾਂ ਨੂੰ ਬਦਲਣ ਤੇ ਆਇਆ ਤਾਂ ਕੀ ਹੋਇਆ, ਉਹਨੂੰ ਲੱਗਾ ਯਾਰ ਕੁਝ ਸਾਧਨ ਤਾਂ ਅਜਿਹੇ ਨੇ ਜਿਹੜੇ ਸਥਿਰ ਨੇ, ਜਿਹਨੂੰ ਮੈਂ ਬਦਲ ਹੀ ਨਹੀਂ ਪਾ ਰਿਹਾ। ਤਾਂ ਉਹ ਕਹਿੰਦਾ ਚੱਲ ਕੋਈ ਨਹੀਂ, ਵੀ ਸਥਿਰ ਸਾਧਨ ਨਹੀਂ ਬਦਲਦੇ ਪਏ ਤਾਂ ਜਿਹੜੇ ਪਰਿਵਰਤਨਸ਼ੀਲ ਸਾਧਨ ਨੇ ਉਹਨਾਂ ਨੂੰ ਹੀ ਬਦਲ ਲੈਣਾ। ਯਾਨੀ ਹੁਣ ਉਹਨੇ ਕੀ ਕੀਤਾ, ਕੁਝ ਸਾਧਨਾਂ ਨੂੰ ਸਥਿਰ ਰੱਖ ਕੇ ਕੁਝ ਸਾਧਨਾਂ ਨੂੰ ਬਦਲਿਆ। ਯਾਨੀ ਹੁਣ ਹਾਲੇ ਵੀ ਉਹ ਸਾਰੇ ਦੇ ਸਾਰੇ ਸਾਧਨ ਬਦਲ ਨਹੀਂ ਪਾ ਰਿਹਾ। ਯਾਨੀ ਜਦੋਂ ਪਰਿਵਰਤਨਸ਼ੀਲ ਸਾਧਨ ਬਦਲੇਗਾ ਤਾਂ ਕੀ ਹੋਏਗਾ, ਪੂਰਤੀ ਜਿਹੜੀ ਹੈ ਉਹ ਵਧੇਗੀ। ਤਾਂ ਪੂਰਤੀ ਜਿਹੜੀ ਹੈ ਉਹ OQ ਤੋਂ ਵੱਧ ਕੇ ਹੋਗੀ OQ1, ਤਾਂ ਉਹ ਆ ਗਿਆ ਇਸ B ਪੁਆਇੰਟ ਤੇ। ਠੀਕ ਹੈ, ਯਾਨੀ ਹੁਣ ਉਹਨੇ ਪੂਰਤੀ ਵਧਾ ਤਾਂ ਲਈ। ਕਿਉਂ ਵਧਾ ਲਈ, ਕਿਉਂਕਿ ਉਹਨੇ ਉਤਪਾਦਨ ਵਧਾ ਲਿਆ। ਉਤਪਾਦਨ ਕਿਵੇਂ ਵਧਾਇਆ, ਪਰਿਵਰਤਨਸ਼ੀਲ ਸਾਧਨਾਂ 'ਚ ਬਦਲਾਵ ਕਰਕੇ। ਪਰ ਹਾਲੇ ਵੀ ਉਹ ਜਿੰਨਾ ਉਤਪਾਦਨ ਵਧਾਉਣਾ ਚਾਹੁੰਦਾ ਸੀ ਉਹਨਾਂ ਉਤਪਾਦਨ ਉਹ ਵਧਾ ਨਹੀਂ ਪਾਇਆ। ਕਿਉਂ ਨਹੀਂ ਵਧਾ ਪਾਇਆ, ਉਹ ਚਾਹੁੰਦਾ ਸੀ ਕੀਮਤ ਮੇਰੀ ਬਹੁਤ ਜ਼ਿਆਦਾ ਵਧੀ ਹੈ, ਮੈਂ ਉਤਪਾਦਨ ਬਹੁਤ ਵਧਾਉਣਾ ਹੈ। ਜੇ ਉਤਪਾਦਨ ਬਹੁਤ ਵਧਾਉਣਾ ਹੈ ਤਾਂ ਕੀ ਚੱਕਰ ਸੀ, ਉਹ ਦੋਨੋਂ ਤਰ੍ਹਾਂ ਦੇ ਸਾਧਨ ਜਿਹੜੇ ਨੇ ਉਹਨਾਂ ਨੂੰ ਉਹ ਬਦਲਦਾ। ਪਰ ਜਦੋਂ ਸਾਧਨ ਬਦਲਣ ਤੇ ਆਏ ਤਾਂ ਰੋਲਾ ਕੀ ਪੈ ਗਿਆ, ਰੋਲਾ ਸੀ ਕਿ ਅਲਪਕਾਲ ਦਾ, ਵੀ ਸਾਰੇ ਸਾਧਨ ਅਸੀਂ ਬਦਲ ਨਹੀਂ ਸਕਦੇ। ਜੇ ਸਾਰੇ ਸਾਧਨ ਨਹੀਂ ਬਦਲ ਸਕਦੇ ਤਾਂ ਫਿਰ ਉਤਪਾਦਨ ਆਦੀ ਮਰਜ਼ੀ ਨਾਲ ਆਪਾਂ ਕਿਵੇਂ ਬਦਲ ਸਕਦੇ ਹਾਂ। ਤਾਂ ਉਤਪਾਦਨ ਥੋੜਾ ਜਿਹਾ ਵਧਿਆ। ਕਿਉਂ ਵਧਿਆ, ਕਿਉਂਕਿ ਜਿੰਨੇ ਕੋ ਪਰਿਵਰਤਨਸ਼ੀਲ ਸਾਧਨ ਵਧਾ ਸਕਦਾ ਸੀ ਨਾ ਉਹਨੇ ਕੋਨੇ ਵਧਾ ਲਏ। ਤਾਂ ਉਤਪਾਦਨ ਥੋੜਾ ਜਿਹਾ ਵਧਾ ਲਿਆ, ਉਹਦੇ ਮੁਤਾਬਿਕ ਉਹਨੇ ਪੂਰਤੀ ਜਿਹੜੀ ਹੈ ਉਹ ਵੀ ਥੋੜੀ ਜਿਹੀ ਵਧਾ ਲਈ। ਇਹਨਾਂ A ਤੇ B ਨੂੰ ਅਗਰ ਆਪਾਂ ਮਿਲਾ ਦਈਏ ਤਾਂ SS ਜਿਹੜੀ ਹੈ ਉਹ ਆਪਣੀ ਪੂਰਤੀ ਵਕਰ ਜਿਹੜੀ ਹੈ ਉਹ ਬਣ ਗਈ। ਅਗਰ ਆਪਾਂ ਹੁਣ ਇਸ ਫਾਰਮੂਲੇ ਦੇ ਵਿੱਚ ਚਲੀਏ ਤਾਂ ਫਾਰਮੂਲੇ 'ਚ ਕੀ ਹੋਊਗਾ, ਉਹ ਕਹਿੰਦਾ ਪੂਰਤੀ ਵਿੱਚ ਹੋਣ ਵਾਲਾ ਪ੍ਰਤੀਸ਼ਤ ਬਦਲਾਵ। ਯਾਨੀ ਹੁਣ ਬਦਲਾਵ ਤਾਂ ਹੋਇਆ, ਆਪਾਂ ਇਹ ਨਹੀਂ ਕਹਿ ਸਕਦੇ ਕਿ ਪੂਰਤੀ ਸਥਿਰ ਰਹੀ ਹੈ। ਤਾਂ ਦੇਖੋ ਪੂਰਤੀ Q ਤੋਂ Q1 ਇਹ ਗਈ ਹੈ। ਮੰਨ ਲਓ ਮੈਂ ਤੇ ਲਿਖ ਦੇਣਾ ਕਿ ਇਹ 5% ਵਧੀ ਹੈ। ਠੀਕ ਹੈ, ਹੁਣ ਉਹ ਕਹਿੰਦਾ ਕੀਮਤ 'ਚ ਹੋਣ ਵਾਲਾ ਪ੍ਰਤੀਸ਼ਤ ਬਦਲਾਵ। ਤਾਂ ਕੀਮਤ P ਤੋਂ P1 ਗਈ ਹੈ। ਮੰਨ ਲਓ ਮੈਂ ਕਹਿੰਦਾ ਕਿ ਇਹ 10% ਬਦਲੀ ਹੈ। ਤਾਂ 5% ਬਟਾ 10%, 1/2 ਇਹ ਆ ਗਿਆ 0.5। 0.5 ਮਤਲਬ 1 ਤੋਂ ਘੱਟ। ਤਾਂ 1 ਤੋਂ ਘੱਟ ਮਤਲਬ ਇਕਾਈ ਤੋਂ ਘੱਟ। ਜਦੋਂ ਕੀ ਹੋਊਗਾ, ਅਲਪਕਾਲ ਹੋਏਗਾ ਤਾਂ ਜਿਹੜੀ ਪੂਰਤੀ ਦੀ ਕੀਮਤ ਲੋਚ ਹੈ ਉਹ ਕੀ ਹੋਏਗਾ, ਇਕਾਈ ਤੋਂ ਘੱਟ ਹੋਊਗੀ। ਕਿਉਂ ਇਕਾਈ ਤੋਂ ਘੱਟ ਹੋਊਗੀ, ਕਿਉਂਕਿ ਇਹਦੇ ਵਿੱਚ ਆਪਾਂ ਉਤਪਾਦਨ ਦੇ ਸਾਰੇ ਸਾਧਨ ਜਿਹੜੇ ਨੇ ਉਹ ਨਹੀਂ ਬਦਲ ਪਾਵਾਂਗੇ। ਜਿਸ ਕਰਕੇ ਆਪਾਂ ਜਿੰਨਾ ਉਤਪਾਦਨ ਬਦਲਣਾ ਚਾਹੁੰਦੇ ਆ ਆਪਾਂ ਉਹਨਾਂ ਉਤਪਾਦਨ ਨਹੀਂ ਬਦਲ ਪਾਵਾਂਗੇ, ਜਿਸ ਕਰਕੇ ਆਪਾਂ ਉਹਨੀ ਪੂਰਤੀ ਜਿਹੜੀ ਹੈ ਉਹ ਵੀ ਆਪਾਂ ਨਹੀਂ ਬਦਲ ਪਾਵਾਂਗੇ। ਤਾਂ ਪੂਰਤੀ ਜਿਹੜੀ ਹੈ ਬਦਲੀ ਵੀ ਕਿਤੇ ਸਹੀ ਪਰ ਓਨੀ ਨਹੀਂ ਬਦਲੀ ਹੋਏਗੀ। ਹੁਣ ਆਪਾਂ ਆਨੇ ਆ ਆਪਣੇ ਤੀਸਰੇ ਟਾਈਮ ਤੇ। ਜਿਹੜਾ ਤੀਸਰਾ ਟਾਈਮ ਹੈ ਉਹਨੂੰ ਆਪਾਂ ਕਹਿੰਦੇ ਆ ਦੀਰਘ ਕਾਲ। ਹੁਣ ਆਪਾਂ ਦੀਰਘ ਕਾਲ ਦੀ ਐਗਜ਼ਾਮਪਲ ਲੈ ਲੈਂਦੇ ਆ। ਤਾਂ ਨੰਬਰ 3 ਤੇ ਆਪਣੇ ਕੋਲ ਹੈ ਦੀਰਘ ਕਾਲ। ਹੁਣ ਦੀਰਘ ਕਾਲ ਜਿਹੜਾ ਹੈ ਇੱਕ ਐਜਾ ਟਾਈਮ ਹੁੰਦਾ ਹੈ ਜਿੰਦੇ ਚ ਕੀ ਹੁੰਦਾ ਹੈ, ਉਤਪਾਦਨ ਦੇ ਸਾਰੇ ਸਾਧਨ ਪਰਿਵਰਤਨਸ਼ੀਲ ਨੇ। ਤਾਂ ਆਪਾਂ ਲਿਖ ਦਿੰਦੇ ਆ ਕਿ ਹੁਣ ਆਪਣੇ ਕੋਲ ਸਾਰੇ ਸਾਧਨ ਜਿਹੜੇ ਨੇ ਉਹ ਕੀ ਨੇ, ਉਹ ਪਰਿਵਰਤਨਸ਼ੀਲ ਨੇ।
ਸਾਰੇ ਸਾਧਨ ਪਰਿਵਰਤਨਸ਼ੀਲ ਹੋਣ ਦਾ ਮਤਲਬ ਇਹ ਹੈ ਵੀ ਹੁਣ ਤੁਹਾਡੇ ਕੋਲ ਬਹੁਤ ਟਾਈਮ ਹੈ, ਮਤਲਬ ਇੰਨਾ ਕੋ ਟਾਈਮ ਹੈ ਵੀ ਜੇਕਰ ਤੁਸੀਂ ਚਾਹੋ ਤਾਂ ਉਤਪਾਦਨ ਦੇ ਸਾਰੇ ਸਾਧਨ ਜਿਹੜੇ ਹੈ ਉਹ ਚੇਂਜ ਕਰ ਸਕਦੇ ਹੋ। ਮਤਲਬ ਹੁਣ ਕੋਈ ਵੀ ਸਥਿਰ ਸਾਧਨ ਜਿਹੜਾ ਹੈ ਉਹ ਤੁਹਾਡੇ ਸਾਹਮਣੇ ਨਹੀਂ ਆਏਗਾ, ਕਿਸੇ ਸਥਿਰ ਸਾਧਨ ਦੀ ਕੋਈ ਸਮੱਸਿਆ ਜਿਹੜੀ ਹੈ ਉਹ ਤੁਹਾਡੇ ਸਾਹਮਣੇ ਨਹੀਂ ਆਉਣ ਵਾਲੀ। ਤਾਂ ਹੁਣ ਕੀ ਹੋਊਗਾ, ਹੁਣ ਜੇ ਸਾਰੇ ਸਾਧਨ ਪਰਿਵਰਤਨਸ਼ੀਲ ਨੇ ਤਾਂ ਹੁਣ ਦੇਖੋ ਕੀ ਹੋਊਗਾ। ਆਪਾਂ ਨੂੰ ਡਾਇਗਰਾਮ ਦੇ ਥਰੂ ਜਿਹੜਾ ਹੈ ਉਹ ਦਿਖਾਣ ਲੱਗੇ ਆ। ਤਾਂ ਹੁਣ ਡਾਇਗਰਾਮ ਦੇ ਥਰੂ ਦਿਖਾਈਏ ਤਾਂ ਜਿਹੜਾ x ਐਕਸਿਸ ਹੈ ਉਹਦੇ ਤੇ ਆਪਾਂ ਲਾਂਗੇ ਪੂਰਤੀ, ਜਿਹੜਾ y ਐਕਸਿਸ ਹੈ ਉਹਦੇ ਤੇ ਆਪਾਂ ਲਾਂਗੇ ਕੀਮਤ। ਜੇ ਆਪਾਂ ਪੂਰਤੀ ਬਦਲਣੀ ਹੈ ਤਾਂ ਸਭ ਤੋਂ ਪਹਿਲਾਂ ਆਪਾਂ ਨੂੰ ਇਨੀਸ਼ੀਅਲ ਪੁਆਇੰਟ ਜਿਹੜਾ ਹੈ ਉਹ ਲੈਣਾ ਪਏਗਾ। ਤਾਂ ਇਨੀਸ਼ੀਅਲ ਪੁਆਇੰਟ ਹੈ p ਕੀਮਤ ਦਾ ਤੇ ਉਹਦੇ ਤੇ ਪੂਰਤੀ ਹੋ ਰਹੀ ਹੈ Q ਤੇ ਆਪਾਂ ਹੈਗੇ ਆ ਇਸ A ਪੁਆਇੰਟ ਤੇ, ਇਹ ਆਪਣੇ ਇਨੀਸ਼ੀਅਲ ਪੁਆਇੰਟ ਹੈ। ਹੁਣ ਕੀ ਹੋਇਆ ਵੀ ਉਤਪਾਦਕ ਨੂੰ ਲੱਗਿਆ ਕਿ ਮੇਰੀ ਜਿਹੜੀ ਕੀਮਤ ਹੈ ਵਸਤੂ ਦੀ ਉਹ ਕੀ ਹੋ ਗਿਆ, ਵੱਧ ਗਈ ਹੈ। ਤਾਂ ਸਪੋਜ਼ ਕਰੋ ਵੀ ਉਹਦੀ ਕੀਮਤ ਜਿਹੜੀ ਹੈ ਉਹ OP ਤੋਂ ਵੱਧ ਕੇ ਹੋ ਜਾਵੇ OP1। ਤਾਂ ਹੁਣ ਕੀਮਤ ਵੱਧ ਗਈ, ਜੇ ਕੀਮਤ ਵਧੇਗੀ ਤਾਂ ਉਤਪਾਦਕ ਨੂੰ ਕੀ ਹੋਏਗਾ, ਉਤਪਾਦਕ ਨੂੰ ਹੋਏਗਾ ਫਾਇਦਾ। ਹੋ ਕਹੇਗਾ ਮੈਨੂੰ ਤਾਂ ਫਾਇਦਾ ਹੀ ਬਹੁਤ ਹੋ ਰਿਹਾ ਵੀ ਕੀਮਤ ਜਿਹੜੀ ਹੈ ਉਹ ਮੇਰੀ OP ਤੋਂ ਵੱਧ ਕੇ OP1 ਹੋ ਰਹੀ ਹੈ, ਤਾਂ ਮੈਨੂੰ ਤਾਂ ਫਾਇਦਾ ਹੋ ਰਿਹਾ। ਤਾਂ ਮੈਨੂੰ ਕੀ ਕਰਨਾ ਚਾਹੀਦਾ ਹੈ, ਮੈਨੂੰ ਪੂਰਤੀ ਨੂੰ ਵਧਾਉਣਾ ਚਾਹੀਦਾ ਹੈ। ਤਾਂ ਪੂਰਤੀ ਨੂੰ ਵਧਾਉਣ ਵਾਸਤੇ ਉਹ ਕੀ ਕਰੇਗਾ, ਉਹ ਉਤਪਾਦਨ ਵਧਾਏਗਾ। ਉਤਪਾਦਨ ਨੂੰ ਵਧਾਉਣ ਵਾਸਤੇ ਉਹ ਕੀ ਕਰੇਗਾ, ਉਤਪਾਦਨ ਦੇ ਸਾਧਨਾਂ ਨੂੰ ਵਧਾਏਗਾ। ਹੁਣ ਉਹਨੂੰ ਪਤਾ ਹੈ ਵੀ ਆਪਣੇ ਕੋਲ ਤਾਂ ਟਾਈਮ ਹੀ ਬਹੁਤ ਹੈ, ਟਾਈਮ ਬਹੁਤ ਹੈ ਮਤਲਬ ਮੇਰੇ ਸਾਰੇ ਦੇ ਸਾਰੇ ਉਤਪਾਦਨ ਦੇ ਸਾਧਨ ਜਿਹੜੇ ਨੇ ਉਹ ਪਰਿਵਰਤਨਸ਼ੀਲ ਨੇ, ਮੈਂ ਸਾਰੇ ਦੇ ਸਾਰੇ ਉਤਪਾਦਨ ਦੇ ਸਾਧਨ ਬਦਲ ਸਕਦਾ। ਫਿਰ ਉਹ ਕੀ ਕਰੇਗਾ, ਉਹ ਕਹੇਗਾ ਕੀਮਤ ਵਧੀ ਹੈ, ਮੁਨਾਫਾ ਹੋ ਰਿਹਾ ਹੈ, ਜਿੰਨੇ ਸਾਧਨ ਨੇ ਸਾਰੇ ਬਦਲ ਦੋ, ਜਿੰਨਾ ਉਤਪਾਦਨ ਵਧਾ ਸਕਦੇ ਹੋ ਉਹਨਾਂ ਉਤਪਾਦਨ ਵਧਾ ਦੋ। ਤਾਂ ਕੀ ਕਰੇਗਾ, ਉਹ ਉਤਪਾਦਨ ਬਹੁਤ ਜ਼ਿਆਦਾ ਵਧਾਏਗਾ, ਉਹਦੇ ਮੁਤਾਬਿਕ ਉਹ ਪੂਰਤੀ ਬਹੁਤ ਜ਼ਿਆਦਾ ਵਧਾਏਗਾ। ਤਾਂ ਹੁਣ ਕੀ ਹੋਊਗਾ, ਪੂਰਤੀ ਜਿਹੜੀ ਹੈ ਉਹ ਹੋ ਜਾਏਗੀ OQ ਤੋਂ OQ1। ਮਤਲਬ ਉਹ ਜਿੰਨਾ ਉਤਪਾਦਨ ਵਧਾ ਸਕਦਾ ਸੀ ਉਹਨੇ ਵਧਾਤਾ, ਜਿੰਨੀ ਪੂਰਤੀ ਉਹ ਵਧਾ ਸਕਦਾ ਸੀ ਉਹਨੇ ਵਧਾਤੀ। ਯਾਨੀ ਉਹ ਪਹੁੰਚ ਗਿਆ B ਪੁਆਇੰਟ ਤੇ ਤਾਂ ਉਹਨੇ ਪੂਰਤੀ ਵਧਾਤੀ Q1। ਅਗਰ ਆਪਾਂ ਇਸ A ਤੇ B ਨੂੰ ਮਿਲਾਈਏ ਤਾਂ SS ਜਿਹੜੀ ਹੈ ਇਹ ਹੋਏਗੀ ਆਪਣੀ ਪੂਰਤੀ ਵਕਰ। ਹੁਣ ਦੇਖੋ ਅਗਰ ਆਪਾਂ ਫਿਰ ਇੱਧਰ ਆਈਏ ਇਸ ਸਾਈਡ ਤੇ, ਹੁਣ ਕਹਿੰਦਾ ਅਗਰ ਆਪਾਂ ਪੂਰਤੀ ਦੀ ਕੀਮਤ ਲੋਚ ਜਿਹੜੀ ਹੈ ਉਹਨੂੰ ਕੈਲਕੂਲੇਟ ਕਰੀਏ ਤਾਂ ਕੀ ਹੋਊਗਾ। ਕਹਿੰਦਾ ਸਭ ਤੋਂ ਪਹਿਲਾਂ ਤਾਂ ਇਹ ਦੇਖੋ ਕਿ ਪੂਰਤੀ ਵਿੱਚ ਹੋਣ ਵਾਲਾ ਪ੍ਰਤੀਸ਼ਤ ਬਦਲਾਵ ਜਿਹੜਾ ਹੈ ਉਹ ਕਿੰਨਾ ਹੈ। ਤਾਂ ਦੇਖੋ Q ਤੋਂ Q1 ਹੋਈ ਹੈ, ਤਾਂ ਮੰਨ ਲੈਣਾ ਕਿ ਪੂਰਤੀ 'ਚ ਹੋਣ ਵਾਲਾ ਪ੍ਰਤੀਸ਼ਤ ਬਦਲਾਵ ਹੈ 10%। ਮਤਲਬ ਆ ਜਿਹੜਾ ਹਿੱਸਾ ਹੈ ਇਹਨਾਂ ਇਹ ਜਿਹੜਾ ਇਹ 10% ਹੈ, ਕਿਉਂਕਿ ਪੂਰਤੀ ਵਧੀ ਹੈ ਤਾਂ ਪਲੱਸ 10% ਹੋ ਗਿਆ। ਇਧਰ ਕੀਮਤ P ਤੋਂ ਵੱਧ ਕੇ P1 ਹੋਈ ਹੈ ਤਾਂ ਛੋਟਾ ਲੱਗਦਾ ਪਿਆ ਤਾਂ ਮੰਨ ਲੈਣਾ ਕਿ 5% ਹੈ। ਤਾਂ ਕੀਮਤ ਵਿੱਚ ਹੋਣ ਵਾਲਾ ਬਦਲਾਵ ਹੈ 5%। ਹੁਣ 10% ਬਟਾ 5% ਕਿੰਨਾ ਆ ਗਿਆ, 2। ਹੁਣ ਜੇ ਆਨਸਰ 2 ਆਏਗਾ ਇਹਦਾ ਮਤਲਬ ਕੀ ਹੈ ਵੀ ਆਨਸਰ ਆ ਰਿਹਾ 1 ਤੋਂ ਜ਼ਿਆਦਾ, ਤਾਂ ਕੀ ਹੋਊਗਾ, ਇਕਾਈ ਤੋਂ ਵੱਧ। ਯਾਨੀ ਜਦੋਂ ਦੀਰਘਕਾਲ ਹੋਏਗਾ ਉਤਪਾਦਨ ਦੇ ਸਾਰੇ ਸਾਧਨ ਜਿਹੜੇ ਨੇ ਉਹ ਪਰਿਵਰਤਨਸ਼ੀਲ ਹੋਣਗੇ ਤਾਂ ਪੂਰਤੀ ਦੀ ਕੀਮਤ ਲੋਚ ਜਿਹੜੀ ਹੈ ਉਹ ਹੋਏਗੀ ਇਕਾਈ ਤੋਂ ਵੱਧ। ਯਾਨੀ ਜਦੋਂ ਆਪਾਂ ਅਲਪਕਾਲ ਦੀ ਗੱਲ ਕਰਦੇ ਹਾਂ ਤਾਂ ਇਕਾਈ ਤੋਂ ਘੱਟ ਹੁੰਦੀ ਹੈ, ਜਦੋਂ ਆਪਾਂ ਦੀਰਘਕਾਲ ਦੀ ਗੱਲ ਕਰਦੇ ਹਾਂ ਤਾਂ ਇਕਾਈ ਤੋਂ ਵੱਧ ਹੁੰਦੀ ਹੈ। ਪਰ ਜੇਕਰ ਆਪਾਂ ਅਤੀ ਅਲਪਕਾਲ ਦੀ ਗੱਲ ਕਰਦੇ ਹਾਂ ਤਾਂ ਪੂਰਤੀ ਦੀ ਕੀਮਤ ਲੋਚ ਕਿੰਨੀ ਹੈ, 0। ਠੀਕ ਹੈ, ਆਪਾਂ ਇਹਨੂੰ ਹੁਣ ਐਗਜ਼ਾਮਪਲ ਨਾਲ ਜਿਹੜਾ ਹੈ ਉਹ ਕਲੀਅਰ ਕਰਦੇ ਆ। ਤਾਂ ਆਪਾਂ ਇਹ 3 ਟਾਈਮ ਪੀਰੀਅਡ ਜਿਹੜੇ ਨੇ ਉਹ ਆਪਾਂ ਫਿਰ ਲਿਖ ਲੈਂਦੇ ਆ ਵੀ ਉਹਨੇ ਆਪਾਂ ਗੱਲ ਕੀਤੀ ਵੀ 3 ਟਾਈਮ ਪੀਰੀਅਡ ਦੇ ਵਿੱਚ ਆਪਾਂ ਸਮਾਂ ਤੱਤ ਨੂੰ ਡਿਵਾਈਡ ਕਰਦੇ ਹਾਂ। ਪਹਿਲਾ ਜਿਹੜਾ ਹੈ ਉਹਨੂੰ ਆਪਾਂ ਕਹਿੰਦੇ ਹਾਂ ਅਤੀ ਅਲਪਕਾਲ, ਦੂਸਰਾ ਜਿਹੜਾ ਹੈ ਉਹਨੂੰ ਆਪਾਂ ਕਹਿੰਦੇ ਹਾਂ ਅਲਪਕਾਲ, ਤੇ ਤੀਸਰਾ ਜਿਹੜਾ ਹੈ ਉਹਨੂੰ ਆਪਾਂ ਕਹਿੰਦੇ ਆ ਦੀਰਘਕਾਲ। ਤਾਂ ਇਹਨੂੰ ਆਪਾਂ ਤੁਹਾਡੇ ਸਕੂਲ ਦੀ ਕੈਂਟੀਨ ਦੀ ਐਗਜ਼ਾਮਪਲ ਨਾਲ ਜਿਹੜਾ ਹੈ ਉਹ ਲਾ ਦਿੰਦੇ ਆ। ਤਾਂ ਆਪਾਂ ਅਤੀ ਅਲਪਕਾਲ ਦੇ ਵਿੱਚ ਗੱਲ ਕੀਤੀ ਸੀ ਵੀ ਮੰਨ ਲਓ ਤੁਹਾਡਾ ਬਰਥਡੇ ਹੈ ਤਾਂ ਤੁਸੀਂ ਕੈਂਟੀਨ ਤੇ ਗਏ, ਤੁਸੀਂ ਕੈਂਟੀਨ ਵਾਲੇ ਨੂੰ ਕਿਹਾ ਕਿ ਮੇਰਾ ਬਰਥਡੇ ਹੈ ਤੇ ਮੈਨੂੰ 50 버ਗਰ ਚਾਹੀਦੇ ਹੈ। ਉਹਨੇ ਪੁੱਛਿਆ ਕਦੋਂ ਚਾਹੀਦੇ ਹੈ, ਤੁਸੀਂ ਕਹਿੰਦੇ ਹੁਣੇ ਚਾਹੀਦੇ ਹੈ।
ਉਹ ਕਹਿੰਦਾ ਜੀ ਹੁਣ ਤਾਂ ਮੇਰੇ ਕੋਲ 30 버ਗਰ ਹੈਗੇ ਨੇ ਤਾਂ ਮੈਂ 30 버ਗਰ ਹੀ ਦੇ ਸਕਦਾ, ਮੈਂ 30 ਤੋਂ 31 버ਗਰ ਵੀ ਨਹੀਂ ਕਰ ਸਕਦਾ। ਮਤਲਬ ਜਦੋਂ ਅਤੀ ਅਲਪਕਾਲ ਹੈ ਤਾਂ ਕੀ ਹੋਊਗਾ, ਤੁਹਾਡਾ ਜਿਹੜਾ ਸਕੂਲ ਦਾ ਕੈਂਟੀਨ ਵਾਲਾ ਹੈ ਉਹਦੇ ਕੋਲ ਜਿੰਨਾ ਸਟਾਕ ਮੌਜੂਦ ਹੈ, ਜਿੰਨਾ ਭੰਡਾਰ ਮੌਜੂਦ ਹੈ, ਉਹ ਵੱਧ ਤੋਂ ਵੱਧ ਉਨੀ ਹੀ ਪੂਰਤੀ ਕਰ ਸਕਦਾ ਹੈ, ਉਸ ਤੋਂ ਜ਼ਿਆਦਾ ਨਹੀਂ ਕਰ ਸਕਦਾ। ਕਿਉਂ ਨਹੀਂ ਕਰ ਸਕਦਾ? ਕਿਉਂਕਿ ਤੁਸੀਂ ਉਹਨੂੰ ਉਤਪਾਦਨ ਕਰਨ ਦਾ ਟਾਈਮ ਹੀ ਨਹੀਂ ਦਿੱਤਾ। ਯਾਨੀ ਉਹ ਕਹਿੰਦਾ ਇੰਨਾ ਟਾਈਮ ਥੋੜਾ ਹੈ ਕਿ ਮੈਂ ਉਤਪਾਦਨ ਦਾ ਕੋਈ ਵੀ ਸਾਧਨ ਜਿਹੜਾ ਹੈ ਉਹ ਚੇਂਜ ਨਹੀਂ ਕਰ ਸਕਦਾ, ਜਿਸ ਕਰਕੇ ਮੈਂ ਉਤਪਾਦਨ ਨੂੰ ਚੇਂਜ ਨਹੀਂ ਕਰ ਸਕਦਾ। ਉਤਪਾਦਨ ਫਿਕਸ ਹੈ ਤਾਂ ਮੇਰੀ ਪੂਰਤੀ ਵੀ ਫਿਕਸ ਹੈ। ਤਾਂ ਅਤੀ ਅਲਪਕਾਲ ਚ ਕੀ ਹੋਏਗਾ, ਤੁਹਾਨੂੰ 30 ਤੇ 31 버ਗਰ ਵੀ ਨਹੀਂ ਮਿਲਣਗੇ, 30 ਦੇ 30 ਹੀ ਮਿਲਣਗੇ। ਮਤਲਬ ਉਤਪਾਦਨ ਨੂੰ ਬਿਲਕੁਲ ਨਹੀਂ ਵਧਾਇਆ ਜਾ ਸਕਦਾ। ਤਾਂ ਪੂਰਤੀ ਜਿਹੜੀ ਹੈ ਉਹ ਕਿੰਨੀ ਹੋਏਗੀ, ਜਿੰਨਾ ਮੌਜੂਦਾ ਸਟਾਕ ਮੌਜੂਦ ਹੈ ਉਨੀ ਹੀ ਪੂਰਤੀ ਹੋ ਸਕਦੀ ਹੈ, ਉਸ ਤੋਂ ਵੱਧ ਨਹੀਂ ਹੋ ਸਕਦੀ। ਨੰਬਰ 2, ਅਗਰ ਆਪਾਂ ਅਲਪਕਾਲ ਤੇ ਜਾਈਏ, ਹੁਣ ਤੁਸੀਂ ਫਿਰ ਕੈਂਟੀਨ ਵਾਲੇ ਕੋਲ ਗਏ, ਕੈਂਟੀਨ ਵਾਲੇ ਨੂੰ ਕਿਹਾ ਕਿ ਮੈਨੂੰ 버ਗਰ ਚਾਹੀਦੇ ਨੇ। ਉਹਨੇ ਪੁੱਛਿਆ ਕਿ ਕਿੰਨੇ 버ਗਰ ਚਾਹੀਦੇ ਆ, ਤੁਸੀਂ ਕਿਹਾ ਜੀ 50 버ਗਰ ਚਾਹੀਦੇ ਆ। ਠੀਕ ਹੈ, ਉਹ ਪੁੱਛੇਗਾ ਕਦੋਂ ਚਾਹੀਦੇ ਆ, ਤੁਸੀਂ ਕਿਹਾ ਵੀ 2 ਪੀਰੀਅਡ ਬਾਅਦ ਚਾਹੀਦੇ ਨੇ, ਵੀ 2 ਪੀਰੀਅਡ ਬਾਅਦ ਪਾਰਟੀ ਕਰਨੀ ਹੈ, ਰਿਸੈਸ ਹੈ 2 ਪੀਰੀਅਡ ਤੇ ਬਾਅਦ, ਤਾਂ ਮੈਂ ਉਦੋਂ 50 버ਗਰ ਜਿਹੜੇ ਹੈ ਉਹ ਮੈਨੂੰ ਚਾਹੀਦੇ ਆ। ਠੀਕ, ਉਹ ਕਹਿੰਦਾ ਦੇਖੋ ਜੀ ਇਸ ਟਾਈਮ ਮੇਰੇ ਕੋਲ 30 버ਗਰ ਜਿਹੜੇ ਨੇ ਉਹ ਮੌਜੂਦ ਨੇ, ਤਾਂ ਉਹ ਤਾਂ ਮੇਰੇ ਸਟਾਕ 'ਚ ਨੇ। 2 ਪੀਰੀਅਡ ਦੇ ਅੰਦਰ ਅੰਦਰ ਮੇਰੇ ਕੋਲ ਜਿਹੜਾ ਹੈ ਉਹ ਬ੍ਰੈਡ ਪਈ ਹੈ 버ਗਰ ਬਣਾਉਣ ਵਾਸਤੇ, ਟਿੱਕੀ ਪਈ ਹੈ, ਨੂਡਲਸ ਪਏ ਹੈ, ਠੀਕ ਹੈ, ਹੋਰ ਪਿਆਜ਼ ਵਗੈਰਾ ਪਏ ਹੈ, ਮੈਂ ਥੋੜਾ ਬਹੁਤਾ ਸਮਾਨ ਮੇਰੇ ਕੋਲ ਪਿਆ ਹੈ, ਤਾਂ ਮੈਂ 10 ਕੁ 버ਗਰ ਤਾਂ ਹੋਰ ਬਣਾ ਦਿਆਂਗਾ। ਯਾਨੀ ਹੁਣ ਉਹਨੂੰ ਲੱਗਿਆ ਵੀ ਤੁਸੀਂ ਉਹਨੂੰ 2 ਪੀਰੀਅਡ ਦਾ ਟਾਈਮ ਦੇ ਦਿੱਤਾ। ਅਗਰ ਮੰਨ ਲਈਏ ਵੀ 1 ਪੀਰੀਅਡ ਜਿਹੜਾ ਹੈ ਉਹ 40 ਮਿੰਟ ਦਾ ਹੈ, ਤਾਂ 2 ਪੀਰੀਅਡ ਦਾ ਹਿਸਾਬ ਹੋ ਗਿਆ ਵੀ 1 ਘੰਟਾ 20 ਮਿੰਟ ਤੁਸੀਂ ਉਹਨੂੰ ਦੇਤੇ। ਉਹ ਕਹਿੰਦਾ ਦੇਖੋ ਜੀ ਸਮਾਨ ਪਿਆ, ਮੈਂ 10 ਕੁ 버ਗਰ ਤਾਂ ਹੋਰ ਬਣਾ ਦਿਆਂਗਾ। ਯਾਨੀ 2 ਪੀਰੀਅਡ ਬਾਅਦ ਮੈਂ ਤੁਹਾਨੂੰ ਵੱਧ ਤੋਂ ਵੱਧ 40 버ਗਰ ਦੇ ਸਕਦਾ ਹਾਂ, 50 ਮੈਂ ਹਾਲੇ ਵੀ ਨਹੀਂ ਦੇ ਸਕਦਾ। ਮਤਲਬ ਜਦੋਂ ਤੁਸੀਂ ਉਹਨੂੰ 2 ਪੀਰੀਅਡ ਦਾ ਟਾਈਮ ਦਿੱਤਾ, ਉਹਨੂੰ ਥੋੜਾ ਜਿਹਾ ਟਾਈਮ ਮਿਲ ਗਿਆ। ਯਾਨੀ ਉਹ ਕੀ ਕਰੇਗਾ, ਜਿੰਨਾ ਕੁ ਉਹਦੇ ਕੋਲ ਸਮਾਨ ਮੌਜੂਦ ਹੈ ਉਸ ਹਿਸਾਬ ਨਾਲ ਉਹ ਉਤਪਾਦਨ ਕਰੇਗਾ ਤੇ ਪੂਰਤੀ ਥੋੜੀ ਬਹੁਤੀ ਵਧਾ ਲੇਗਾ। ਯਾਨੀ ਅਤੀ ਅਲਪਕਾਲ ਦੀ ਬਜਾਏ ਹੁਣ ਅਲਪਕਾਲ ਚ ਗੱਲ ਕਰੀਏ ਤਾਂ ਉਤਪਾਦਨ ਦੇ ਕੁਝ ਸਾਧਨ ਜਿਹੜੇ ਨੇ ਉਹ ਬਦਲੇ ਜਾ ਸਕਦੇ ਨੇ, ਜਿਸ ਕਰਕੇ ਕੁਝ ਪੂਰਤੀ ਜਿਹੜੀ ਹੈ ਉਹ ਵੀ ਬਦਲੀ ਜਾ ਸਕਦੀ ਹੈ। ਤੀਜਾ ਆ ਗਿਆ ਦੀਰਘਕਾਲ। ਹੁਣ ਤੁਸੀਂ ਫਿਰ ਕੈਂਟੀਨ ਵਾਲੇ ਕੋਲ ਗਏ, ਉਹਨੂੰ ਕਿਹਾ ਵੀ ਲੋ ਜੀ ਮੇਰਾ ਬਰਥਡੇ ਹੈ ਤੇ 50 버ਗਰ ਚਾਹੀਦੇ ਹੈ। ਠੀਕ ਹੈ, ਉਹ ਕਹਿੰਦਾ ਕਦੋਂ ਚਾਹੀਦੇ ਹੈ, ਤੁਸੀਂ ਕਿਹਾ ਕੱਲ, ਵੀ ਕੱਲ ਮੇਰਾ ਬਰਥਡੇ ਹੈ, ਕੱਲ ਚਾਹੀਦੇ ਨੇ। ਉਹ ਕਹਿੰਦਾ ਕੱਲ ਤਾਂ ਭਾਵੇਂ ਜਿੰਨੇ ਮਰਜ਼ੀ ਲੈ ਲਿਆ ਜੇ, ਮੈਂ ਸਮਾਨ ਲੈ ਆਵਾਂਗਾ ਸ਼ਾਮ ਨੂੰ, ਤਾਂ ਸਵੇਰੇ ਭਾਵੇਂ 50 ਦੇ ਬਜਾਏ 100 버ਗਰ ਲੈ ਲਿਆ ਜੇ। ਤੁਸੀਂ ਉਹਨੂੰ ਹੁਣ ਟਾਈਮ ਦੇ ਦਿੱਤਾ ਵੀ ਉਹਦੇ ਵਾਸਤੇ ਉਹ ਟਾਈਮ ਹੋ ਗਿਆ ਦੀਰਘਕਾਲ। ਉਹ ਕਹਿੰਦਾ ਸਵੇਰੇ ਤਾਂ ਜਿੰਨੇ ਮਰਜ਼ੀ ਲੈ ਲਿਆ ਜੇ, ਮੈਂ ਬ੍ਰੈਡ ਲੈ ਆਉਂਗਾ, ਬ੍ਰੈਡ ਵੀ ਆ ਜਾਏਗੀ, ਟਿੱਕੀਆਂ ਵੀ ਲਿਆਉਂਗਾ, ਨੂਡਲਸ ਵੀ ਬਣਾ ਲਿਆਉਂਗਾ, ਤਾਂ ਜਿੰਨੇ ਮਰਜ਼ੀ 버ਗਰ ਲੈ ਲਿਆ ਜੇ। ਯਾਨੀ ਹੁਣ ਜਦੋਂ ਉਤਪਾਦਨ ਦੇ ਸਾਰੇ ਸਾਧਨ ਪਰਿਵਰਤਨਸ਼ੀਲ ਹੋ ਗਏ ਤਾਂ ਉਤਪਾਦਨ ਹੁਣ ਜਿੰਨਾ ਮਰਜ਼ੀ ਵਧਾਇਆ ਜਾ ਸਕਦਾ ਹੈ। ਜਿੰਨਾ ਮਰਜ਼ੀ ਉਤਪਾਦਨ ਵਧਾਉਣ ਦਾ ਮਤਲਬ ਕੀ ਹੈ ਵੀ ਪੂਰਤੀ ਜਿੰਨੀ ਮਰਜ਼ੀ ਬਦਲੀ ਜਾ ਸਕਦੀ ਹੈ। ਯਾਨੀ ਪੂਰਤੀ ਕੀ ਹੋਊਗੀ, ਵੱਧ ਲੋਚਦਾਰ ਹੋਏਗੀ। ਵੱਧ ਲੋਚਦਾਰ ਮਤਲਬ ਇਕਾਈ ਤੋਂ ਵੱਧ ਲੋਚਦਾਰ, ਇੱਕ ਤੋਂ ਜ਼ਿਆਦਾ ਆਨਸਰ ਜਿਹੜਾ ਹੈ ਉਹ ਆਏਗਾ। ਤਾਂ ਇਸ ਤਰ੍ਹਾਂ ਇਸ ਚੀਜ਼ ਨੂੰ ਯਾਦ ਜਿਹੜਾ ਹੈ ਉਹ ਰੱਖਿਆ ਜਾ ਸਕਦਾ ਹੈ। ਤਾਂ ਇਹ ਸੀ ਆਪਣੇ ਕੋਲ ਸਮਾਂ ਤੱਤ ਅਤੇ ਪੂਰਤੀ ਦੀ ਕੀਮਤ ਲੋਚ। ਹੁਣ ਆਪਾਂ ਪੂਰਤੀ ਦੀ ਕੀਮਤ ਲੋਚ ਦਾ ਸੰਬੰਧ ਇੱਕ ਹੋਰ ਚੀਜ਼ ਨਾਲ ਸਥਾਪਿਤ ਕਰਨ ਜਾ ਰਹੇ ਹਾਂ, ਉਹ ਹੈ ਪੂਰਤੀ ਵਕਰ ਦੀ ਢਲਾਨ ਅਤੇ ਪੂਰਤੀ ਦੀ ਕੀਮਤ ਲੋਚ। ਵੀ ਪੂਰਤੀ ਦੀ ਕੀਮਤ ਲੋਚ ਜਿਹੜੀ ਹੈ ਉਹਦਾ ਪੂਰਤੀ ਵਕਰ ਦੀ ਢਲਾਨ ਦੇ ਨਾਲ ਜਿਹੜਾ ਉਹ ਕੀ ਸੰਬੰਧ ਹੈ। ਦੇਖੋ ਜਦੋਂ ਆਪਾਂ ਪੂਰਤੀ ਵਕਰ ਦੀ ਢਲਾਨ ਦੀ ਗੱਲ ਕੀਤੀ ਸੀ ਤਾਂ ਆਪਾਂ ਆਲਰੇਡੀ ਉਹਦਾ ਫਾਰਮੂਲਾ ਬਣਾਇਆ ਸੀ, ਪੂਰਤੀ ਵਕਰ ਦੀ ਢਲਾਨ। ਤਾਂ ਆਪਾਂ ਕਿਹਾ ਸੀ ਕਿ ਪੂਰਤੀ ਵਕਰ ਦੀ ਢਲਾਨ ਹੁੰਦੀ ਹੈ ਡੈਲਟਾ ਪੀ ਅਪੋਨ ਡੈਲਟਾ ਕਿਊ। ਕਿਉਂ? ਕਿਉਂਕਿ ਆਪਾਂ ਜਦੋਂ ਪੂਰਤੀ ਵਕਰ ਦੀ ਢਲਾਨ ਮਾਪਦੇ ਹਾਂ ਤਾਂ ਆਪਾਂ ਕਹਿੰਦੇ ਖੜਵਾਂ ਬਟਾ ਲੇਟਵਾਂ। ਯਾਨੀ ਆਪਾਂ ਕੀ ਕੀਤਾ ਸੀ, ਆਪਾਂ ਇੱਕ ਡਾਇਗਰਾਮ ਬਣਾਈ, ਆਪਾਂ ਇੱਧਰ ਲਈ ਪੂਰਤੀ ਤੇ ਇੱਧਰ ਆਪਾਂ ਲਈ ਕੀਮਤ। ਤਾਂ ਮੰਨ ਲਿਆ ਕਿ ਆਪਾਂ ਸ਼ੁਰੂਆਤ ਚ OP ਤੇ ਹੈਗੇ ਆ, ਉਹਦੇ ਮੁਤਾਬਿਕ ਜਿਹੜੀ ਪੂਰਤੀ ਹੈ ਉਹ OQ ਹੈ, ਤਾਂ ਆਪਾਂ ਇਸ A ਪੁਆਇੰਟ ਤੇ ਹੈਗੇ। ਤਾਂ ਕੀ ਹੋਇਆ, ਪੂਰਤੀ ਵਧੀ ਜਦੋਂ ਕੀਮਤ ਵਧੀ, ਤਾਂ ਕੀਮਤ ਵੱਧ ਕੇ P1 ਹੋਈ ਤਾਂ ਪੂਰਤੀ ਵੱਧ ਕੇ Q1 ਹੋਈ। ਠੀਕ ਹੋ ਗਿਆ। अब आ गई B पॉइंट ते, अब आ गई अपनी पूर्ति वक्र SS। ਹੁਣ ਆਪਾਂ ਇਹਦੀ ਢਲਾਨ ਪਤਾ ਕਰਨੀ ਹੈ। ਤਾਂ ਢਲਾਨ ਕਿਵੇਂ ਹੈ, ਪਹਿਲਾ ਖੜਵਾ, ਖੜਵੇ ਚ ਕੀ ਹੈ कीमत है,
ਤਾਂ ਕੀਮਤ P ਤੋਂ ਹੋਈ P1 ਯਾਨੀ ਆ ਹੋਇਆ ਡੈਲਟਾ P ਯਾਨੀ ਕਿ ਕੀਮਤ ਦੇ ਵਿੱਚ ਬਦਲਾਵ। ਪੂਰਤੀ ਹੋਈ Q ਤੋਂ Q1 ਯਾਨੀ ਇਹ ਕੀ ਹੋਇਆ ਪੂਰਤੀ ਵਿੱਚ ਬਦਲਾਵ। ਡੈਲਟਾ P ਬਟਾ ਡੈਲਟਾ Q ਯਾਨੀ ਖੜਵਾ ਬਟਾ ਲੇਟਵਾ, ਤਾਂ ਖੜਵਾ ਹੈਗਾ ਡੈਲਟਾ P ਤਾਂ ਲੇਟਵਾ ਹੈਗਾ ਡੈਲਟਾ Q, ਤਾਂ ਡੈਲਟਾ P ਬਟਾ ਡੈਲਟਾ Q। ਤਾਂ ਇਹ ਹੈਗੀ ਆਪਣੇ ਕੋਲ ਪੂਰਤੀ ਵਕਰ ਦੀ ਢਲਾਨ। ਹੁਣ ਜਦੋਂ ਆਪਾਂ ਪੂਰਤੀ ਦੀ ਕੀਮਤ ਲੋਚ ਦੀ ਗੱਲ ਕਰਦੇ ਹਾਂ ਤਾਂ ਉਹਦਾ ਫਾਰਮੂਲਾ ਕੀ ਲਿਖਿਆ ਸੀ? ਆਪਾਂ ਲਿਖਿਆ ਸੀ ਫਾਰਮੂਲਾ ਹੈ ਜੀ ਡੈਲਟਾ Q ਡੈਲਟਾ P ਇਨਟੂ P ਅਪਨ Q। ਆਈ ਫਾਰਮੂਲਾ ਸੀ। ਬਾਅਦ ਚ ਆਪਾਂ ਕੀ ਕੀਤਾ ਸੀ, ਆ ਜਿਹੜਾ ਡੈਲਟਾ Q ਹੈ ਇਹਨੂੰ ਆਪਾਂ ਕਹਿਤਾ ਸੀ Q1 Q, ਡੈਲਟਾ P ਨੂੰ ਆਪਾਂ ਕਹਿਤਾ ਸੀ P1 P ਇਨਟੂ P ਅਪਨ Q। ਤਾਂ ਆਪਾਂ ਕਹਿ ਸਕਦੇ ਲੋ ਜੀ Q1 ਦੀ ਵੈਲਿਊ ਦਿੱਤੀ ਹੋਏਗੀ, Q ਦੀ ਵੈਲਿਊ ਦਿੱਤੀ ਹੋਏਗੀ, P1 ਦੀ ਵੈਲਿਊ ਦਿੱਤੀ ਹੋਏਗੀ, P ਦੀ ਵੈਲਿਊ ਦਿੱਤੀ ਹੋਏਗੀ, P ਦੀ ਵੈਲਿਊ ਤੇ Q ਦੀ ਵੈਲਿਊ ਦਿੱਤੀ ਹੋਏਗੀ। ਵੈਲਿਊ ਪੁੱਟ ਕਰੋ, ਆਨਸਰ ਆ ਜਾਏਗਾ। ਮਤਲਬ ਕਹਿੰਦਾ ਕੀ ਹੈ, ਹੁਣ ਅਗਰ ਆਪਾਂ ਇਹਨੂੰ ਧਿਆਨ ਨਾਲ ਦੇਖੀਏ ਤਾਂ ਪੂਰਤੀ ਦੀ ਕੀਮਤ ਲੋਚ ਕਿੰਨੇ ਬਰਾਬਰ ਹੈ? ਉਹ ਹੈ ਡੈਲਟਾ Q ਬਟਾ ਡੈਲਟਾ P। ਧਿਆਨ ਨਾਲ ਡੈਲਟਾ Q ਬਟਾ ਡੈਲਟਾ P ਹੈ। ਅਗਰ ਆਪਾਂ ਪੂਰਤੀ ਵਕਰ ਦੀ ਢਲਾਨ ਦੀ ਗੱਲ ਕਰੀਏ ਉਹ ਹੈ ਡੈਲਟਾ P ਬਟਾ ਡੈਲਟਾ Q। ਧਿਆਨ ਨਾਲ ऊपर डेल्टा P पे थल्ले डेल्टा Q है एंड ऊपर डेल्टा Q है थल्ले डेल्टा P है। मतलब ए दोनों एक दूजे ਦੇ ਉਲਟਾ ਨੇ, ਯਾਨੀ ਇਹਦੀ ਥਾਂ ਤੇ ਜਿਹੜੀ ਆ ਪੂਰਤੀ ਦੀ ਕੀਮਤ ਲੋਚ ਦੇ ਵਿੱਚ ਡੈਲਟਾ Q ਬਟਾ ਡੈਲਟਾ P ਲਿਖਿਆ ਹੋਇਆ ਹੈ, ਮੈਂ ਤੇ ਕੀ ਲਿਖ ਦੇਣਾ ਉਲਟਾ ਲੈਣਾ ਤਾਂ 1 ਬਟਾ ਕੀ ਕਰਤਾ ਪੂਰਤੀ ਵਕਰ ਦੀ ਢਲਾਨ। कि पूर्ति वक्र ਦੀ ਢਲਾਨ ਜਿਹੜੀ ਹੈ ਉਹ ਡੈਲਟਾ P ਬਟਾ ਡੈਲਟਾ Q ਹੈ। ਤੁਹਾਡਾ ਜਿਹੜਾ ਉਹ ਡੈਲਟਾ Q ਬਟਾ ਡੈਲਟਾ P ਹੈ ਤਾਂ ਉਲਟਾ ਹੈ, ਤਾਂ 1 ਬਟਾ ਪੂਰਤੀ ਵਕਰ ਦੀ ਢਲਾਨ ਇਨਟੂ P ਅਪਨ Q ਐਜ਼ ਇਟ ਇਜ਼ ਪਿਆ। ਯਾਨੀ ਹੁਣ ਤੁਸੀਂ ਪੂਰਤੀ ਦੀ ਕੀਮਤ ਲੋਚ ਦੇਖੋ, ਇਲਾਸਟਿਸਿਟੀ ਆਫ ਸਪਲਾਈ ਇਹ ਉੱਪਰ ਹੈ, ਪੂਰਤੀ ਵਕਰ ਦੀ ਢਲਾਨ 1 ਬਟਾ 'ਚ ਹੈ। मतलब ਦੋਨਾਂ ਦਾ ਕੀ ਹੈ, ਇਹ ਉੱਪਰ ਹੈ ਥੱਲੇ ਹੈ, मतलब ਦੋਨਾਂ ਦਾ ਕੀ ਹੋ ਗਿਆ ਉਲਟਾ ਸੰਬੰਧ ਹੋ ਗਿਆ। उल्टा संबंध मतलब कि भी जिन्नी पूर्ति दी कीमत लोच ज्यादा उन्नी की होएगा पूर्ति वक्र दी ढलान घट, तो जिन्नी पूर्ति दी कीमत लोच घट पूर्ति वक्र दी ढलान उन्नी ज्यादा। तो बहुत सिंपल है। अगर ਆਪਾਂ ਇਸ ਚੀਜ਼ ਨੂੰ ਜਿਹੜਾ ਹੈ ਉਹ ਡਾਇਗਰਾਮ ਦੇ ਥਰੂ ਦਿਖਾਉਣ ਦੀ ਕੋਸ਼ਿਸ਼ ਕਰੀਏ ਤਾਂ ਆਪਾਂ ਕੀ ਕਰਦੇ ਆ, ਆਪਾਂ ਦੋ ਡਾਇਗਰਾਮ ਬਣਾ ਕੇ ਉਹਦੀ ਐਗਜ਼ਾਮਪਲ ਲੈਂਦੇ ਆ, ਫਿਰ ਆਪਾਂ ਉਸ ਵਾਰ ਡਾਇਗਰਾਮ ਜਿਹੜੀ ਹੈ ਉਹ ਵਧਾਵਾਂਗੇ। ਤਾਂ ਆਪਾਂ ਕੀ ਕੀਤਾ, ਆਪਾਂ ਇੱਧਰ ਜਿਹੜੀ ਹੈ ਉਹ ਲੈ ਲਈ ਪੂਰਤੀ ਤੇ ਇਸ ਸਾਈਡ ਤੇ ਲੈ ਲਈ ਆਪਾਂ ਕੀਮਤ। ਤਾਂ ਸ਼ੁਰੂਆਤ ਚ ਕੀਮਤ ਹੈ P, ਤਾਂ ਇੱਥੇ ਪੂਰਤੀ ਹੈ Q, ਤਾਂ ਤੁਸੀਂ ਹੈਗੇ ਹੋ A ਪੁਆਇੰਟ ਤੇ, ਠੀਕ ਹੈ। ਤਾਂ ਪੂਰਤੀ ਵੱਧ ਕੇ ਕੀਮਤ ਵੱਧ ਕੇ ਹੋ ਗਈ P1, ਪਰ ਤੁਹਾਡੀ ਪੂਰਤੀ ਓਨੀ ਦੀ ਓਨੀ ਹੈ, ਤਾਂ ਪੂਰਤੀ ਆ ਗਈ ਓਨੀ ਦੀ ਓਨੀ, ਯਾਨੀ ਕਿ OQ ਦੀ OQ, ਤੁਸੀਂ ਆ ਗਏ B ਪੁਆਇੰਟ ਤੇ। ਤਾਂ ਇਹ ਆ ਦੇਖੋ ਆ ਤਾਂ ਬਣ ਗਈ ਤੁਹਾਡੀ ਪੂਰਤੀ ਵਕਰ SS, ਠੀਕ। ਹੁਣ ਤੁਸੀਂ ਅਗਰ ਪੂਰਤੀ ਵਕਰ ਦੀ ਢਲਾਨ ਨਿਕਾਲਣੀ ਹੈ ਤਾਂ ਧਿਆਨ ਨਾਲ ਦੇਖੋ, ਤਾਂ ਪੂਰਤੀ ਵਕਰ ਦੀ ਢਲਾਨ ਉਹ ਕਹਿੰਦਾ ਹੈ ਖੜਵਾ ਬਟਾ ਲੇਟਵਾ, ਤਾਂ ਖੜਵਾ ਕਿੰਨਾ ਹੈ ਆ ਰਿਹਾ ਡੈਲਟਾ P, ਤਾਂ ਡੈਲਟਾ P ਦਾ ਹੈਗਾ ਲੇਟਵਾ, ਲੇਟਵਾ ਤਾਂ ਕੁਛ ਹੈ ਹੀ ਨਹੀਂ, ਕਿਉਂ? ਕਿਉਂਕਿ ਪੂਰਤੀ ਇੱਥੇ ਬਦਲੀ ਨਹੀਂ। डेल्टा Q ਦੀ ਤਾਂ ਤੇ ਕੀ ਆਏਗਾ ਹੁਣ 0 ਆਏਗਾ, ਕਿਉਂ? ਕਿਉਂਕਿ ਪਹਿਲਾਂ ਵੀ ਪੂਰਤੀ Q ਸੀ ਤਾਂ ਹੁਣ ਵੀ ਪੂਰਤੀ Q ਹੈ, ਤਾਂ ਕਿੰਨਾ ਆ ਗਿਆ 0। ਅਗਰ ਕਿਸੇ ਵੀ ਚੀਜ਼ ਨੂੰ 0 ਨਾਲ ਭਾਗ ਕਰੋਗੇ ਤਾਂ ਆਨਸਰ ਕਿੰਨਾ ਆਏਗਾ ਇਨਫਿਨਿਟੀ। ਤਾਂ ਹੁਣ ਇੱਥੇ ਪੂਰਤੀ ਵਕਰ ਦੀ ਢਲਾਨ ਇਨਫਿਨਿਟੀ ਹੈ। ਢਲਾਨ ਦਾ ਕਨਸੈਪਟ ਮੈਂ ਆਲਰੇਡੀ ਮੰਗ ਦੇ ਵਿੱਚ ਸਿਖਾਇਆ ਸੀ ਵੀ ਢਲਾਨ ਕੀ ਹੁੰਦੀ ਹੈ। ਦੇਖੋ ਮੰਗ ਦੇ ਵਿੱਚ ਆਹ ਢਲਾਨ ਜਿਹੜੀ ਹੈ ਉਹ ਕੁਝ ਹੋਰ ਹੈ, ਆਹ ਢਲਾਨ ਜਿਹੜੀ ਹੈ ਉਹ ਕੁਝ ਹੋਰ ਹੈ। ਦੇਖੋ ਹੁਣ ਆਹ ਢਲਾਨ ਜਿਹੜੀ ਹੈ ਇਹ ਕੀ ਹੈ ਜ਼ਿਆਦਾ ਹੈ। अगर मान लो आप एग्जांपल ਲਈ ਸੀ ਉਹ ਜਿਹੜਾ ਸਲਾਈਡਿੰਗ ਹੁੰਦਾ ਹੈ, ਜਿਹੜੇ ਪਾਰਕ ਦੇ ਵਿੱਚ ਲੱਗਿਆ ਹੁੰਦਾ ਹੈ, ਉਹਦੇ ਵਿੱਚ ਕੀ ਹੁੰਦਾ ਹੈ ਬੱਚਾ ਅਗਰ ਇੱਥੇ ਬੈਠੇਗਾ ਤਾਂ ਅਗਰ ਆਹ ਬੰਦਾ ਸਲਾਈਡਰ ਹੈ ਤਾਂ ਇੱਥੇ ਬੈਠੇਗਾ ਤਾਂ ਬੜੀ ਤੇਜ਼ੀ ਨਾਲ ਥੱਲੇ ਆਏਗਾ, ਮਤਲਬ ਇਹਦੀ ਢਲਾਨ ਜ਼ਿਆਦਾ ਹੈ, ਇਹਦੀ ਢਲਾਨ ਕੀ ਹੈ ਘੱਟ ਹੈ। ਅਗਰ ਮੈਂ ਇੱਥੇ ਹੋਰ ਬਣਾ ਦਿਆਂ ਆ ਲੋ, ਇਹਦੀ ਢਲਾਨ ਕੀ ਹੈ ਹੋਰ ਘੱਟ ਹੈ, ਵੀ ਹੌਲੀ 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 ਥੱਲੇ ਆਊਗਾ। ਤਾਂ ਢਲਾਨ ਜਿਹੜੀ ਹੈ ਉਹ ਇਹ ਦੇਖ ਲੈਣਾ ਵੀ ਕਿੰਨੀ ਜਲਦੀ ਨਾਲ ਥੱਲੇ ਆਏਗਾ। ਇਹਦੇ ਕੀ ਹੈ ਦੇਖੋ ਇਸ ਤਰ੍ਹਾਂ ਹੈ, ਬਿਲਕੁਲ ਇਸ ਤਰ੍ਹਾਂ, ਯਾਨੀ ਅਗਰ ਬੱਚਾ ਇੱਥੇ ਬੈਠਾ तो बूम करके थले आएगा, यानी ढलान कितनी बनाती अनंत बनाती। हुण ढलान तो अनंत है, बट अगर आपां पूर्ति दी कीमत लोच दी गल करिए तो वो कितनी है। वो कहंदा है पहला तो देखो पूर्ति विच होने वाला प्रतिशत बदलाव, तो पूर्ति च होने वाला प्रतिशत बदलाव कितना है 0, क्योंकि पूर्ति तो बदलदी नहीं पई। कीमत च होने वाला प्रतिशत बदलाव मान लो कहंदा डेल्टा P है, तो 0 डिवाइडेड बाय समथिंग,
0 यानी ढलान आ गई इन्फिनिटी, ठीक है। पर ਇੱਥੇ देखो अगर ढलान इन्फिनिटी है तो पूर्ति की कीमत लोच कितनी है 0, यानी दोनों जाणगे एक दूजे ਦੇ उल्टा भी ਉਹ 0 है तो इन्फिनिटी है। अगर ਆਪਾਂ ਕੀ ਕਰੀਏ, अगर ਆਪਾਂ ਇਸ ਤਰ੍ਹਾਂ ਨਾ ਬਣਾਈਏ, ਆਪਾਂ ਡਾਇਗਰਾਮ ਬਣਾ ਦਈਏ ਦੂਸਰੇ ਤਰੀਕੇ ਨਾਲ। ਉਹ ਕਿਵੇਂ ਬਣਾਈਏ, ਆਪਾਂ ਹੁਣ ਜਿਹੜੀ ਡਾਇਗਰਾਮ ਬਣਾਉਣ ਜਾ ਰਹੇ ਹਾਂ ਉਹਦੇ ਚ ਕੀ ਹੈ ਵੀ ਅਗਰ ਆਪਾਂ ਇੱਥੇ 0, ਇੱਥੇ ਪੂਰਤੀ, ਇੱਥੇ x, ਇੱਥੇ y, ਇੱਥੇ ਕੀਮਤ, ਤਾਂ ਕੀਮਤ ਹੈਗੀ ਹੈ OP, ਤਾਂ OP ਕੀਮਤ ਤੇ ਪੂਰਤੀ ਹੈਗੀ ਹੈ OQ, ਤਾਂ ਆਪਾਂ ਹੈਗੇ ਆ A ਪੁਆਇੰਟ ਤੇ। ਹੁਣ ਕੀਮਤ ਬਦਲੀ ਨਹੀਂ, ਪੂਰਤੀ ਜਿਹੜੀ ਹੈ ਉਹ OQ ਤੋਂ ਵੱਧ ਕੇ OQ1 ਹੋ ਗਈ, ਤਾਂ ਆਪਾਂ ਆ ਗਏ B ਪੁਆਇੰਟ ਤੇ, ਤਾਂ ਆਪਾਂ A ਤੇ B ਨੂੰ ਮਿਲਾਤਾ। ਹੁਣ ਸੋਚੋ ਵੀ ਅਗਰ ਇੱਕ ਘਰ ਹੈ, ਇੱਕ ਘਰ ਦੇ ਵਿੱਚ ਆ ਫਰਸ਼ ਹੈ ਬਿਲਕੁਲ ਸਿੱਧਾ, ਇਹਦੇ ਢਲਾਨ ਹੈਗੀ ਬਿਲकुल भी नहीं, ढलान कितनी 0, क्यों, क्योंकि अगर आप इथों कैलकुलेट करिए तो आएगा पूर्ति वक्र दी ढलान। तो पूर्ति वक्र ढलान कितनी है, देखो कहता खड़वा, हुण की तेनू खड़वा हिस्सा नजर आ रहा है ही नहीं क्योंकि P ते है, तो 0 डिवाइडेड बाय लेटवा, लेटवा कितना है आ Q तो Q1 गए तो डेल्टा Q आया, तो डेल्टा Q, तो 0 डिवाइडेड बाय डेल्टा Q कितना हो गया 0, भी ढलान तो 0 है। पर अगर आप पूर्ति की कीमत लोच की गल करिए, वो कहता है पूर्ति विच होने वाला प्रतिशत बदलाव, तो देखो पूर्ति Q तो Q1 बदली, मान लो मैं कहना डेल्टा Q जोड़ा है वो 10% है, तो पूर्ति विच होने वाला प्रतिशत बदलाव है 10% डिवाइडेड बाय कीमत विच होने वाला प्रतिशत बदलाव, कीमत तो बदली नहीं, वो तो OP दी OP है, तो कितना हो गया 0, 10% बटा 0 यानी कितना आएगा इन्फिनिटी, क्योंकि जेकर किसी चीज ਨੂੰ ਤੁਸੀਂ 0 ਨਾਲ ਭਾਗ ਕਰਦੇ ਹੋ ਤਾਂ ਆਨਸਰ ਇਨਫਿਨਿਟੀ ਆਂਦਾ ਹੈ। ਤਾਂ ਦੇਖ ਲਓ ਹੁਣ ਉਹ 0 ਹੋਈ ਤਾਂ ਉਹ ਇਨਫਿਨਿਟੀ ਹੋ ਗਈ, ਮਤਲਬ ਟੋਟਲੀ ਇੱਕ ਦੂਜੇ ਦੇ ਉਲਟਾ ਜਾ ਰਹੇ ਨੇ। ਤਾਂ ਆਪਾਂ ਇਸ ਤਰ੍ਹਾਂ ਪੂਰਤੀ ਦੀ ਢਲਾਨ ਤੇ ਪੂਰਤੀ ਦੀ ਕੀਮਤ ਲੋਚ ਦਾ ਸੰਬੰਧ ਜਿਹੜਾ ਹੈ ਉਹ ਬਣਾ ਸਕਦੇ ਹਾਂ। ਹੁਣ ਆਪਣੇ ਕੋਲ ਰਹਿ ਗਈਆਂ ਬਾਕੀ 3 ਡਿਗਰੀਜ਼, ਉਹ 3 ਡਿਗਰੀਜ਼ ਜਿਹੜੀਆਂ ਹੈ ਉਹ ਆਪਾਂ ਆਪਣੇ ਅਗਲੇ ਲੈਕਚਰ 'ਚ ਡਿਸਕਸ ਕਰਾਂਗੇ। ਤਾਂ ਮਿਲਦੇ ਹਾਂ ਆਪਣੇ ਅਗਲੇ ਲੈਕਚਰ ਦੇ ਵਿੱਚ। Till then, it's goodbye from my side. Thank you very much and all the best.